This program is sponsored by Arlington Fuel Stop, Balbir Singh, Osmanpur. Fuel 1 Edison Fuel Stop, Jabbar Singh Garewal. And Venko Truck and Auto Plaza, Balkeet Singh Boparai. ਉਸ ਤੋਂ ਬਾਅਦ ਦੀ ਪ੍ਰਵਾਸ ਦੇ ਨਾਲ ਮੁੜ ਹਾਜ਼ਰ ਹੋਏ ਹਾਂ ਅਸੀਂ ਤੁਹਾਡੀ ਖਿਦਮਤ ਦੇ ਵਿੱਚ। ਅਕਸਰ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੇ ਕਾਫੀ ਦਿਨ ਤੋਂ ਅਣਚਿਤਵਿਆ ਕਹਿਰ 1984 ਦੇ ਸਾਰੇ ਮਸਲੇ ਮਸਾਦ ਦੇ ਉੱਤੇ ਜਿੱਥੇ ਕੰਵਰ ਸੰਧੂ ਜੀ ਦੇ ਪ੍ਰੋਗਰਾਮ ਹੋਏ, ਮੇਰੇ ਲਗਭਗ 4-5 ਪ੍ਰੋਗਰਾਮ ਹੋਏ ਔਰ ਬਲਵਿੰਦਰ ਜੰਮੂ ਜੀ ਦੇ ਖਾਸ ਪ੍ਰੋਗਰਾਮ ਜਿਹੜੇ ਸੀ ਰਿਕਾਰਡ ਕੀਤੇ ਹੋਏ, ਉਹ ਪ੍ਰੋਗਰਾਮ ਵੀ ਲਗਾਤਾਰ ਜਿਹੜੇ ਸੀ ਉਹ ਚੱਲੇ। ਔਰ ਇਹ ਅਕਸਰ ਹੀ ਇਹ ਹਫਤੇ ਦਾ ਹਫਤਾ ਜਿਹੜਾ ਹੈ ਇਹ ਡੈਡੀਕੇਟਡ ਜਿਹੜਾ ਹੈ ਉਹ ਹੁੰਦਾ ਵੀਕਐਂਡ ਦੇ ਉੱਤੇ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ, ਪਰ ਅੱਜ ਸਾਨੂੰ ਇਹ ਪ੍ਰੋਗਰਾਮ ਬਾਈਂਡ ਅਪ ਦੇ ਤੌਰ ਦੇ ਉੱਤੇ ਜਿੰਨੇ ਵੀ ਪ੍ਰੋਗਰਾਮ ਸਾਡੇ ਹੋਏ ਉਹਨਾਂ ਨੂੰ ਇੱਕ ਬਾਈਂਡ ਅਪ ਦੇ ਨਜ਼ਰੀਏ ਦੇ ਨਾਲ ਦੇਖਣ ਵਾਸਤੇ ਅਸੀਂ ਉਹ ਪ੍ਰੋਗਰਾਮ ਜਿਹੜਾ ਹੈ ਉਹ ਵਿਸ਼ੇਸ਼ ਤੌਰ ਦੇ ਉੱਤੇ ਲੈ ਕੇ ਆਏ ਹਾਂ। ਕਿਉਂਕਿ ਮਸਲਾ ਇਸ ਗੱਲ ਦਾ ਕਿ ਅੱਜ ਦੀ ਤਰੀਕ ਦੇ ਵਿੱਚ ਸਮੁੱਚੀ ਜੇਕਰ ਦੁਨੀਆ ਦੇ ਖੇਮੇ ਦੇ ਵਿੱਚ ਲਾ ਲਈਏ ਤਾਂ ਦੁਨੀਆ ਦੇ ਹੀ ਹਾਲਾਤ ਜਿਹੜੇ ਨੇ ਉਹ ਠੀਕ ਨਹੀਂ। ਚਾਹੇ ਉਹ ਕਰੋਨਾ ਵਾਇਰਸ ਹੈ, ਚਾਹੇ ਉਹ ਮੈਂ ਸਮਝਾਂਗਾ ਕਿ ਇੱਕ ਭਰਾ ਮਾਰੂ ਜੰਗ ਜਿਹੜੀ ਹੈ ਉਹ ਚੱਲ ਰਹੀ ਹੈ, ਔਰ ਇਸ ਸਾਰੇ ਕੁਛ ਦੇ ਬਾਵਜੂਦ ਚੱਲਦਿਆਂ ਕੋਈ ਇੱਕ ਨਹੀਂ ਕਿ ਇੱਕ ਹਾਲਾਤ ਜਿਹੜਾ ਉਹ ਸੰਕਟ ਦੇ ਵਿੱਚ ਫਸਿਆ ਹੋਇਆ ਹੈ। ਅੱਜ ਸਮੁੱਚੇ ਵਰਤਾਰੇ ਦੇ ਵਿੱਚ ਹੀ ਮਤਲਬ ਇੱਕ ਨਫ਼ਰਤ ਦਾ ਆਲਮ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਪਣਪਿਆ ਜਾ ਚੁੱਕਾ ਹੈ। ਔਰ ਇਸੇ ਗੱਲ ਵਾਸਤੇ ਜਿੱਥੇ ਮੈਂ ਸਮਝਾਂਗਾ ਕਿ 36 ਸਾਲ ਤੋਂ ਕੌਮ ਜਿਹੜੀ ਹੈ ਘੱਟੋ ਘੱਟ ਆਪਣੇ ਇਹਨਾਂ ਦਿਨਾਂ ਨੂੰ ਜਿਹੜਾ ਕਿ 1984 ਦਾ ਕਹਿਰ ਸੀ, ਜਿਸ ਦੇ ਵਿੱਚ ਮੈਂ ਸਮਝਾਂਗਾ ਕਿ ਉਸ ਮੌਕੇ ਦੀ ਸਰਕਾਰ ਨੂੰ ਹੀ ਦੋਸ਼ ਦਿੱਤਾ ਜਾਂਦਾ ਹੈ, ਇੰਦਰਾ ਗਾਂਧੀ ਦੀ ਸਰਕਾਰ ਨੂੰ ਦੋਸ਼ ਦਿੱਤਾ ਜਾਂਦਾ ਜਾਂ ਕੁਝ ਏਜੰਸੀਆਂ ਨੂੰ ਦੋਸ਼ ਦਿੱਤਾ ਜਾਂਦਾ ਹੈ, ਪਰ ਮੌਜੂਦਾ ਰਾਜਨੀਤਿਕ ਧਿਰਾਂ ਨੂੰ ਇਸ ਦੇ ਵਿੱਚ ਜਿਹੜਾ ਹੈ ਉਹ ਨਹੀਂ ਘੜੀਸਿਆ ਜਾਂਦਾ। ਪਰ ਉਸ ਦੇ ਬਾਵਜੂਦ ਵੀ ਮੀਡੀਆ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਮੈਂ ਸਮਝਾਂਗਾ ਕਿ ਪਾਬੰਦੀਆਂ ਲੱਗਣੀਆਂ ਜਿਹੜੀਆਂ ਨੇ ਉਹ ਬੜੀਆਂ ਆਮ ਤੌਰ ਦੇ ਉੱਤੇ ਇੱਕ ਗੱਲ ਜਿਹੜੀ ਹੈ ਉਹ ਹੋ ਗਈ ਹੈ। ਚਾਹੇ ਕੋਈ ਬ੍ਰਿਟਿਸ਼ ਦੇ ਚੈਨਲ ਹੈ, ਚਾਹੇ ਕੋਈ ਯੂਰਪ ਦੇ ਚੈਨਲ ਹੈ, ਚਾਹੇ ਕੋਈ US ਕੈਨੇਡਾ ਦੇ ਵੀ ਚੈਨਲ ਹੈ, ਉਹਨਾਂ ਚੈਨਲਾਂ ਦੇ ਉੱਤੇ ਵੀ ਸਿੱਧੇ ਰੂਪ ਦੇ ਵਿੱਚ ਟੈਂਪਰੇਰੀ ਤੌਰ ਦੇ ਉੱਤੇ ਪਾਬੰਦੀਆਂ ਜਿਹੜੀਆਂ ਨੇ ਉਹ ਭਾਰਤ ਦੇ ਖਿੱਤੇ ਦੇ ਵਿੱਚ ਉਹਨਾਂ ਦੀ ਸੋਸ਼ਲ ਸਾਈਟਾਂ ਦੇ ਉੱਤੇ ਲਗਾਈਆਂ ਗਈਆਂ। ਪਰ ਮੈਂ ਇੱਕ ਗੱਲ ਜ਼ਰੂਰ ਸਮਝਾਂਗਾ ਕਿ ਜਦੋਂ ਏਡੇ ਵੱਡੇ ਜ਼ੁਲਮ ਦੀ ਦਾਸਤਾਨ ਹੁੰਦੀ ਹੈ, ਏਡੇ ਵੱਡੇ ਕਹਿਰ ਦੀ ਦਾਸਤਾਨ ਹੁੰਦੀ ਹੈ, ਤੇ ਉਸ ਵੇਲੇ ਕੋਈ ਵੀ ਕੌਮ ਜਿਹੜੀ ਹੈ ਉਹ ਆਪਣੇ ਇਤਿਹਾਸ ਦੇ ਪੱਤਰਿਆਂ ਨੂੰ ਯਾਦ ਜ਼ਰੂਰ ਕਰਦੀ ਹੈ। ਭਾਵੇਂ ਕਿ ਬਹੁਤੇ ਥਾਈਂ ਬਹੁਤਾਤ ਦੇ ਵਿੱਚ ਅਸੀਂ ਇਸ ਗੱਲ ਤੋਂ ਕੋਰੀ ਜਿਹੜੀ ਹੈ ਇੱਕ ਪਾਸਾ ਵੱਟਣ ਵਾਲੀ ਵੀ ਗੱਲ ਕਰਦੇ ਹਾਂ, ਜਾਂ ਕੁਝ ਧਿਰਾਂ ਜਿਹੜੀਆਂ ਨੇ ਉਹ ਪਾਸਾ ਵੱਟਣ ਵਾਲੀ ਵੀ ਗੱਲ ਕਰਦੀਆਂ ਨੇ। ਪਰ ਮੈਂ ਇਹ ਸਮਝਾਂਗਾ ਕਿ ਜਦੋਂ ਸਮੂਹਿਕ ਤੌਰ ਦੇ ਉੱਤੇ ਇਹ ਗੱਲ ਲਾਈ ਜਾਵੇ ਤਾਂ ਹਰ ਇੱਕ ਗੁਰੂ ਘਰ ਔਰ ਹਰ ਇੱਕ ਨਾਨਕ ਨਾਮ ਲੇਵਾ ਜਿਹੜਾ ਉਹ ਇਸ ਗੱਲ ਦੇ ਉੱਤੇ ਜ਼ੋਰ ਜਿਹੜਾ ਉਹ ਜ਼ਰੂਰ ਪਾਉਂਦਾ ਹੈ। ਔਰ ਬੀਤੇ ਦਿਨੀ ਇਸੇ ਤਰ੍ਹਾਂ ਜਿੱਥੇ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਸੀ, ਉੱਥੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਸ ਨੂੰ ਸਟੇਟਮੈਂਟ ਕਿਹਾ ਜਾਂਦਾ ਹੈ, ਔਰ ਮੈਂ ਆਪਣੇ ਪੱਤਰਕਾਰੀ ਦੀ ਨੁਕਤਾ ਨਿਗਾਹਾਂ ਦੇ ਵਿੱਚ ਉਸ ਨੂੰ ਸਟੇਟਮੈਂਟ ਨਹੀਂ ਲਵਾਂਗਾ। ਮੈਂ ਨਹੀਂ ਕਹਾਂਗਾ ਕਿ ਉਹ ਇੱਕ ਸਟੇਟਮੈਂਟ ਹੈ, ਮੈਂ ਕਹਾਂਗਾ ਕਿ ਉਹ ਇੱਕ ਫਰਜ਼ੀ ਸਵਾਲ ਹੈ ਜਿਸ ਨੂੰ ਉਹਨਾਂ ਨੇ ਦੁਹਰਾਇਆ। ਉਹ ਇੱਕ ਕਿਸੇ ਵੀ ਮੀਡੀਆ ਕਰਮੀ ਵੱਲੋਂ ਕੀਤਾ ਹੋਇਆ ਸਵਾਲ ਹੈ ਕਿ ਜੇਕਰ ਤੁਹਾਨੂੰ ਮਤਲਬ ਖਾਲਿਸਤਾਨ ਦੀ ਗੱਲ ਜਾਂ ਖਾਲਿਸਤਾਨ ਦੀ ਮੰਗ ਬਾਰੇ ਤੁਹਾਡਾ ਪ੍ਰਤੀਕਰਮ ਕੀ ਹੈ, ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਜਵਾਬ ਸੀ ਕਿ ਜੇਕਰ ਸਰਕਾਰਾਂ ਜਿਹੜੀਆਂ ਨੇ ਉਹ ਖਾਲਿਸਤਾਨ ਦਿੰਦੀਆਂ ਨੇ ਤਾਂ ਉਸ ਦੇ ਵਿੱਚ ਲੈਣ ਦੇ ਵਿੱਚ ਕੋਈ ਹਰਜ ਨਹੀਂ। ਔਰ ਉਹਨਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਸਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਇਹ ਦਿੱਤੀ ਹੋਈ ਸਟੇਟਮੈਂਟ ਜਿਹੜੀ ਹੈ ਉਹ ਖਾਸ ਤੌਰ ਦੇ ਉੱਤੇ ਇਸ ਸਰਕਮਸਟੈਂਸਸ ਦੇ ਵਿੱਚ ਜਿਸ ਮੌਕੇ ਦੇ ਉੱਤੇ ਮੈਂ ਸਮਝਾਂਗਾ ਕਿ ਪੂਰਾ ਜਿਹੜਾ ਵਿਸ਼ਵ ਹੈ ਉਹ ਇੱਕ ਤੇ ਭਿਆਨਕ ਮਹਾਮਾਰੀ ਦੇ ਵਿੱਚ ਜਿਹੜਾ ਸੀ ਉਹ ਲੰਘ ਰਿਹਾ ਹੈ, ਔਰ ਦੂਸਰੇ ਪਾਸੇ ਕਸ਼ਮੀਰ ਦੀ ਸਮੱਸਿਆ ਜਿਹੜੀ ਹੈ ਉਹ ਬਿਲਕੁਲ ਮੈਂ ਸਮਝਾਂਗਾ ਕਿ ਕੋਈ ਉਹ ਸਾਰਥਕ ਸਮੱਸਿਆ ਨਹੀਂ ਬਣੀ ਹੋਈ। ਬਹੁਤ ਔਖੀ ਘੜੀ ਦੇ ਵਿੱਚੋਂ ਕਸ਼ਮੀਰ ਦਾ ਦੌਰ ਜਿਹੜਾ ਹੈ ਉਹ ਲੰਘ ਰਿਹਾ, ਔਰ ਇਸੇ ਤਰ੍ਹਾਂ ਕਈ ਹੋਰ ਭਾਰਤ ਦੀਆਂ ਸਟੇਟ ਨੇ ਜਿੱਥੇ
ਹਾਲਾਤ ਜਿਹੜੇ ਨੇ ਉਹ ਕੋਈ ਬਹੁਤ ਸੁਖਾਵੇਂ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ। ਚਾਹੇ ਮੈਂ ਸਮਝਾਂਗਾ ਕਿ ਯੂਪੀ ਦੇ ਵਿੱਚ ਹੀ ਵਾਪਰ ਰਹੀਆਂ ਘਟਨਾਵਾਂ ਜਿਹੜੀਆਂ ਹੋਣ ਉਹ ਕਿਉਂ ਨਾ ਹੋਣ, ਚਾਹੇ ਉੜੀਸਾ ਜਾਂ ਕੇਰਲਾ ਸਾਈਡ ਦੇ ਉੱਤੇ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਵਾਪਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਹੀ ਕਿਉਂ ਨਾ ਹੋਣ। ਔਰ ਜਦ ਕਿ ਮੈਂ ਸਮਝਾਂਗਾ ਕਿ ਵੱਖ-ਵੱਖ ਨਾਗਰਿਕ ਬਿੱਲਾਂ ਨੂੰ ਲੈ ਕੇ ਪੂਰਾ ਜਿਹੜਾ ਇਸ ਵੇਲੇ ਮੁਲਕ ਹੈ ਉਹ ਇਸ ਵੇਲੇ ਕਿਸੇ ਵੀ ਗੱਲ ਕਰਨ ਦੀ ਤਾਕ ਦੇ ਵਿੱਚ ਨਹੀਂ ਹੈ। ਹਾਲਾਤ ਜਿੱਥੇ ਕਰੋਨਾ ਨੇ ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਸਟੇਟਮੈਂਟ ਜਿਹੜੀ ਹੈ ਉਹ ਉਸ ਦਾ ਭਾਰ ਜਿਹੜਾ ਉਹ ਝੱਲਣਾ ਇਸ ਵੇਲੇ ਕਿਸੇ ਕੋਲੋਂ ਵੀ ਔਖਾ ਹੈ। ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਬਕਾਇਦਾ ਤੌਰ ਦੇ ਉੱਤੇ ਕੇਂਦਰ ਦੇ ਵਿੱਚ ਵਜ਼ੀਰ ਨੇ, ਔਰ ਉੱਥੇ ਮੈਂ ਸਮਝਾਂਗਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ, ਮੈਂਬਰ ਪਾਰਲੀਮੈਂਟ ਨੇ, ਔਰ ਇਸ ਗੱਲ ਦੇ ਵਿੱਚ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤਰ੍ਹਾਂ ਦੀ ਸਟੇਟਮੈਂਟ ਵੀ ਦਿੰਦੇ ਆ, ਉਸ ਨੂੰ ਸੋਸ਼ਲ ਨੈਟਵਰਕ ਦੇ ਉੱਤੇ ਕਿਵੇਂ ਤਰੋੜਿਆ ਮਰੋੜਿਆ ਜਾਂਦਾ, ਕਿਉਂਕਿ ਸੋਸ਼ਲ ਨੈਟਵਰਕ ਦੇ ਉੱਤੇ ਅੱਜ ਕੱਲ੍ਹ ਗੱਲਾਂ ਨੂੰ ਤਰੋੜਿਆ ਮਰੋੜਿਆ ਬਹੁਤ ਵੱਡੇ ਪੱਧਰ ਦੇ ਉੱਤੇ ਜਾ ਰਿਹਾ ਹੁੰਦਾ। ਜੇਕਰ ਕੋਈ ਮੀਡੀਆ ਕਰਮੀ ਕਿਸੇ ਗੱਲ ਨੂੰ ਕਿਸੇ ਹੋਰ ਢੰਗ ਨਾਲ ਕਹਿ ਰਿਹਾ ਤਾਂ ਮੈਂ ਸਮਝਾਂਗਾ ਕਿ ਉਹ ਗੱਲ ਆਪਣੀ ਝੋਲੀ ਦੇ ਵਿੱਚ ਪਾ ਕੇ ਉਸ ਗੱਲ ਨੂੰ ਖਿਲਾਰਨ ਦਾ ਇੱਕ ਵੱਖਰਾ ਪ੍ਰਚੰਡ ਅੱਜ ਦੀ ਤਰੀਕ ਦੇ ਵਿੱਚ ਚੱਲਿਆ ਹੋਇਆ ਕਿ ਉਸ ਗੱਲ ਨੂੰ ਬਕਾਇਦਾ ਤੌਰ ਦੇ ਉੱਤੇ ਆਪਣੇ ਨਾਲ ਹੀ ਜੋੜ ਲੈਣਾ ਜਾਂ ਆਪਣੇ ਹੀ ਪਾਲੇ ਦੇ ਵਿੱਚ ਉਸ ਗੱਲ ਨੂੰ ਪਾ ਲੈਣਾ। ਔਰ ਮੈਂ ਸਮਝਾਂਗਾ ਕਿ ਕਦੇ ਵੀ ਇਹਨਾਂ ਗੱਲਾਂ ਦਾ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਦੇ ਵੀ ਪਿਛੋਕੜ, ਚਾਹੇ ਉਹ ਵਿਦੇਸ਼ ਦੀ ਧਰਤੀ ਹੈ, ਚਾਹੇ ਉਹ ਮੈਂ ਸਮਝਾਂਗਾ ਕਿ ਪੰਜਾਬ ਦੀ ਧਰਤੀ ਹੈ, ਉਹਨਾਂ ਦੋਹਾਂ ਥਾਵਾਂ ਦੇ ਉੱਤੇ ਹੀ ਕਦੇ ਵੀ ਜਿਹੜੀ ਮੀਡੀਆ ਦੀ ਅਸਲੀ ਅਪਰੋਚ ਹੈ ਉਸ ਦੇ ਉੱਤੇ ਕਦੇ ਵੀ ਸਮੁੱਚਾ ਮੀਡੀਆ ਜਿਹੜਾ ਹੈ ਨਾ ਉਹ ਖੜਦਾ ਨਹੀਂ ਹੈ। ਔਰ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਦੇ ਵਿੱਚ ਵੀ ਏਡੀ ਜ਼ਿਆਦਾ ਲੱਤਾਂ ਖਿੱਚਣ ਦੀ ਗੱਲ ਹੈਗੀ ਹੈ ਕਿ ਮੈਂ ਸਮਝਾਂਗਾ ਕਿ ਸ਼ਾਇਦ ਗਿਰਜਾ ਇਹ ਚਾਹੁੰਦੀਆਂ ਨੇ ਕਿ ਸਿਰਫ ਤੇ ਸਿਰਫ ਹੱਡਾ ਰੇੜੀ ਦੇ ਉੱਤੇ ਅਸੀਂ ਮੰਡਰਾਈਏ। ਗਿਰਜਾ ਇਹ ਚਾਹੁੰਦੀਆਂ ਨੇ ਕਿ ਹੋਰ ਕੋਈ ਵੀ ਜਾਨਵਰ ਪੰਛੀ ਜਿਹੜਾ ਉਹ ਇਸ ਅਸਮਾਨ ਦੇ ਵਿੱਚ ਨਾ ਉੱਡ ਸਕੇ। ਇਹ ਮਤਲਬ ਇੱਕ ਫਿਤਰਤ ਅੱਜ ਮੈਂ ਸਮਝਾਂਗਾ ਕਿ ਮਨੁੱਖਾਂ ਦੀ ਵੀ ਬਣ ਚੁੱਕੀ ਹੈ ਇਹ ਫਿਤਰਤ। ਔਰ ਇਸ ਫਿਤਰਤ ਦੇ ਨਾਲ ਮਸਲਾ ਇਸ ਗੱਲ ਦਾ ਕਿ ਜਿਹੜੇ ਲੋਕ ਪਰਮਾਤਮਾ ਦੇ ਉੱਤੇ ਵਿਸ਼ਵਾਸ ਕਰਨ ਵਾਲੇ ਲੋਕ ਨੇ, ਜਿਹੜੇ ਲੋਕ ਰੱਬ ਦੇ ਉੱਤੇ ਵਿਸ਼ਵਾਸ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ। ਪਿਛਲੇ ਕੁਝ ਦਿਨਾਂ ਤੋਂ ਜਿਸ ਢੰਗ ਦੇ ਨਾਲ ਮੈਂ ਸਮਝਾਂਗਾ ਕਿ ਬਾਜ਼ ਟੀਵੀ ਦਾ ਇੱਕਦਮ ਪ੍ਰਫੁੱਲਤ ਹੋਣਾ 2-2.5 ਮਹੀਨਿਆਂ ਦੇ ਵਿੱਚ ਹੀ ਹਰ ਜਗ੍ਹਾ ਦੇ ਉੱਤੇ ਜਾਣਾ, ਔਰ ਬਾਜ਼ ਟੀਵੀ ਨੂੰ ਲੈ ਕੇ ਜਿੱਥੇ ਕਿ ਹਾਲਾਂਕਿ ਮੈਂ ਇਸ ਅਦਾਰੇ ਦੇ ਵਿੱਚ ਬਿਲਕੁਲ ਫ੍ਰੀ ਸੇਵਾਵਾਂ ਜਿਹੜੀਆਂ ਨੇ ਉਹ ਨਿਭਾ ਰਿਹਾ, ਪਰ ਇਸ ਚੈਨਲ ਦੇ ਵਿੱਚ ਇਸ ਚੈਨਲ ਨੂੰ ਦਬਾਉਣ ਵਾਸਤੇ, ਇਸ ਚੈਨਲ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਪਰ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਪੈਰ ਸੂਲਾਂ ਤੇ ਵੀ ਚੱਲਦੇ ਰਹਿਣਗੇ, ਪਰ ਰਾਜ਼ੀਨਾਮਾ ਵਕਤ ਨਾਲ ਕਰਨਾ ਨਹੀਂ। ਕਦੇ ਵੀ ਰਾਜ਼ੀਨਾਮਾ ਅਸੀਂ ਵਕਤ ਨਾਲ ਨਹੀਂ ਕੀਤਾ, ਚਾਹੇ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ। ਬੜੇ ਔਖੇ ਤੋਂ ਔਖੇ ਹਾਲਾਤਾਂ ਦੇ ਵਿੱਚੋਂ ਲੰਘੇ ਆ, ਬੜੇ ਡੂੰਘੇ ਹਾਲਾਤਾਂ ਦੇ ਵਿੱਚੋਂ ਲੰਘੇ ਆ। ਮੈਨੂੰ ਅੱਜ ਵੀ ਯਾਦ ਹੈ ਜਦੋਂ 13 ਵਰ੍ਹੇ ਪਹਿਲਾਂ ਮੈਂ ਆਪਣਾ ਅਖਬਾਰ ਪਬਲਿਸ਼ ਕੀਤਾ ਤੇ ਉਸ ਅਖਬਾਰ ਦੇ ਪ੍ਰਤੀ ਮੈਨੂੰ ਇੱਕ ਪਾਸਿਓਂ ਨਹੀਂ 5 ਤਰਫਾ ਜਿਹੜਾ ਸੀ ਉਹ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਹੜਾ ਉਹ ਬੜੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਔਰ ਅੱਜ ਤੇ ਇਸ ਗੱਲ ਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਅਸੀਂ ਆਪਣੀ ਸਥਾਪਤੀ ਵਾਲੇ ਕਦਮਾਂ ਵਾਲੇ ਪਾਸੇ ਹੈਗੇ ਆ, ਔਰ ਇਸ ਗੱਲ ਦੇ ਵਿੱਚ ਕੋਈ ਦੋ ਰਾਮਾ ਨਹੀਂ ਹੁੰਦੀਆਂ ਕਿ ਭੱਜਦਿਆਂ ਨੂੰ ਬਾਣ ਇੱਕੋ ਜਿਹੇ ਹੁੰਦੇ ਨੇ। ਜਿੱਧਰ ਵੀ ਜਾਣਾ ਹੋਵੇ ਬੰਦੇ ਨੇ ਉੱਧਰ ਵੀ ਤੁਰਿਆ ਜਾਂਦਾ ਬੰਦਾ, ਕਿਉਂਕਿ ਬੰਦਾ ਤੇ ਮਸਲਾ ਇਸ ਗੱਲ ਦਾ ਕਿ ਉਹ ਵਿਹਲਾ ਹੀ ਹੁੰਦਾ ਕਿ ਜਿਹਨੇ ਜੋ ਕਰਨਾ ਹੈ ਉਹ ਕਰ ਸਕਦਾ। ਸੋ ਅੱਜ ਦੇ ਹਾਲਾਤ ਜਿਹੜੇ ਨੇ ਖਾਸ ਤੌਰ ਦੇ ਉੱਤੇ ਭਾਰਤ ਦੇ ਹਾਲਾਤ ਜਿਹੜੇ ਨੇ, ਮੈਂ ਸਮਝਾਂਗਾ ਕਿ ਇੱਕ ਐਸੀ ਨਾਜ਼ੁਕ ਦੌਰ ਦੇ ਵਿੱਚੋਂ ਚੱਲ ਰਹੇ ਨੇ, ਇੱਕ ਨਾਜ਼ੁਕ ਦੌਰ ਦੇ ਵਿੱਚੋਂ ਕਿ ਇੱਕ ਤੇ ਵਿਦੇਸ਼ ਦੀ ਧਰਤੀ ਦੇ ਉੱਤੋਂ ਵੱਖਰੇ ਸਿੱਖ ਰਾਜ ਦੀ ਮੰਗ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉੱਠੀ ਹੋਈ ਹੈ। ਇੱਕ ਵੱਖ-ਵੱਖ ਕੰਟਰੀਜ਼ ਦੇ ਵਿੱਚ ਵੀ ਇਹ ਮਸਲਾ ਮਸਾਦ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਗਿਣਿਆ ਜਾਂਦਾ, ਬੜੇ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਂਦਾ। ਪਰ ਮਸਲਾ ਨਾਲ ਦੀ ਨਾਲ ਇਸ ਗੱਲ ਦਾ ਵੀ ਆ ਜਾਂਦਾ ਹੈਗਾ ਕਿ ਜੇਕਰ ਅੱਜ ਦੀ ਤਰੀਕ ਦੇ ਵਿੱਚ ਜਿਸ ਵਿਅਕਤੀ ਨੂੰ ਅਸੀਂ ਆਪਣਾ
ਧਾਰਮਿਕ ਅਗਵਾਈ ਕਰਨ ਵਾਲਾ ਇੱਕ ਰਹਿਬਰ ਮੰਨਦੇ ਹਾਂ ਤੇ ਸ਼ਾਇਦ ਮੇਰਾ ਖਿਆਲ ਹੈ ਕਿ ਉਸ ਦੀ ਜ਼ਬਾਨ ਵੀ ਇਸ ਗੱਲ ਦਾ ਵਜ਼ਨ ਨਾ ਚੱਲਦੀ ਹੋਵੇ ਕਿ ਉਹ ਇਹ ਗੱਲ ਜਿਹੜੀ ਹੈ ਉਹ ਸਟੇਟਮੈਂਟ ਜਿਹੜੀ ਹੈ ਉਹ ਕਹਿ ਦੇਣ, ਕਿਉਂਕਿ ਇਹ ਇਸ ਗੱਲ ਦੇ ਨਾਲ ਜਿੱਥੇ ਪੰਜਾਬ ਦੇ ਅੰਦਰ ਰਾਜਨੀਤਿਕ ਤੀਲੀ ਲਾਉਣ ਵਾਲੇ ਲੋਕ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਬੈਠੇ ਹੋਏ ਨੇ, ਰਾਜਨੀਤਿਕ ਅੱਗ ਲਾਉਣ ਵਾਲੇ, ਰਾਜਨੀਤਿਕ ਨਸ਼ਤਰ ਲਾਉਣ ਵਾਲੇ। ਮਤਲਬ ਮੈਂ ਇਹ ਸਮਝ ਮੈਨੂੰ ਅਜੇ ਤੱਕ ਨਹੀਂ ਆਈ ਕਿ ਪੰਜਾਬ ਦੇ ਵਿੱਚ ਗੁਰਜੀਤ ਸਿੰਘ ਔਜਲਾ ਵੀ ਮੈਂਬਰ ਪਾਰਲੀਮੈਂਟ ਬਣਿਆ, ਪ੍ਰਤਾਪ ਸਿੰਘ ਬਾਜਵਾ ਵੀ ਮੈਂਬਰ ਪਾਰਲੀਮੈਂਟ ਬਣਿਆ, ਤਿਵਾੜੀ ਸਾਹਿਬ ਵੀ ਪਾਰਲੀਮੈਂਟ ਮੈਂਬਰ ਨੇ। ਇਕੱਲੇ ਇੱਕ ਜਿਹੜਾ ਮਿਸਟਰ ਬਿੱਟੂ ਹੈ ਬੇਅੰਤ ਸਿੰਘ ਹੋਣਾ ਦਾ ਪੋਤਾ, ਉਹਨਾਂ ਨੂੰ ਵਿਦੇਸ਼ੀ ਮੀਡੀਆ ਦੇ ਉੱਤੇ ਵਿਦੇਸ਼ੀ ਲੋਕਾਂ ਤੋਂ ਏਡੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਨਫ਼ਰਤ ਹੈ ਕਿ ਉਹ ਮਤਲਬ ਜਦੋਂ ਵੀ ਕੋਈ ਸਟੇਟਮੈਂਟ ਆਪਣੀਆਂ ਦਿੰਦੇ ਨੇ ਤਾਂ ਉਹ ਉਹਨਾਂ ਨੂੰ ਤਰੋੜ ਮਰੋੜ ਕੇ ਦਿੰਦੇ ਨੇ। ਕਦੇ ਉਹਨਾਂ ਦੀਆਂ ਆਪਣੀ ਪਾਰਟੀ ਦੇ ਪੱਖ ਦੇ ਵਿੱਚ ਤੇ ਸਟੇਟਮੈਂਟ ਆਈਆਂ ਨਹੀਂ ਹੈ, ਔਰ ਉਹ ਸਿਰਫ ਤੇ ਸਿਰਫ ਸਰਦਾਰ ਬੇਅੰਤ ਸਿੰਘ ਦੀ ਗੱਲ ਨੂੰ ਲੈ ਕੇ ਔਰ ਉਹ KPS ਗਿੱਲ ਜਾਂ ਬੇਅੰਤ ਸਿੰਘ ਦੀ ਗੱਲ ਨੂੰ ਲੈ ਕੇ ਉਹ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿੰਦੇ ਨੇ, ਜਿੱਥੇ ਮੈਂ ਇਹ ਗੱਲ ਸਮਝਾਂਗਾ ਕਿ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਵੀ ਇਸ ਸਟੇਟਮੈਂਟ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਉੱਥੇ ਜਿਹੜੇ ਮਿਸਟਰ ਬਿੱਟੂ ਨੇ ਉਹ ਜਿਸ ਤਰ੍ਹਾਂ ਦੀਆਂ ਅੱਗ ਵਰਗੀਆਂ ਸਟੇਟਮੈਂਟ ਦੇ ਰਹੇ ਨੇ, ਉਹਨਾਂ ਦੇ ਵਿੱਚ ਇੱਕ ਪੈਰਲਰ ਜਿਹੜੀ ਆ ਉਹ ਇੱਕ ਰਗੜਾਈ ਆ ਰਹੀ ਹੈ। ਪੈਰਲਰ ਜਿਹੜੀ ਆ ਵਿਰੋਧ ਪਾਸ ਜਿਹੜਾ ਉਹ ਨੌਜਵਾਨਾਂ ਦੇ ਵਿੱਚ ਵੀ ਉੱਗ ਰਿਹਾ ਹੈ। ਖਾਸ ਤੌਰ ਦੇ ਉੱਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ, ਮੈਂ ਬਿੱਟੂ ਹੁਣਾਂ ਨੂੰ ਵੀ ਕਹਾਂਗਾ ਕਿ ਜੇਕਰ ਦਰਬਾਰ ਸਾਹਿਬ ਦੇ ਉੱਤੇ ਇਹ ਮੰਦਭਾਗਾ ਜਿਹੜਾ ਸੀ ਇਹ ਕਾਂਡ ਹੋਇਆ ਹੈ, ਔਰ ਇਹ ਕਾਂਡ ਜਿਹੜਾ ਹੈ ਇਹ ਜੁਗਾਂ ਜੁਗਾਂਤਰਾਂ ਤੱਕ ਭੁਲਾਇਆ ਨਹੀਂ ਜਾ ਸਕਦਾ। ਜੇ ਤੁਸੀਂ ਕਹੋ ਕਿ ਇਸ ਨੂੰ ਗੋਂਗਲੂਆਂ ਦੀ ਮਿੱਟੀ ਵਾਂਗ ਝਾੜ ਦਿੱਤਾ ਜਾਵੇ, ਇਹ ਝਾੜਿਆ ਨਹੀਂ ਜਾ ਸਕਦਾ। ਔਰ ਇਸ ਦੇ ਨਿਸ਼ਾਨ ਇਕੱਲੇ ਸਿੱਖਾਂ ਦੇ ਮਨਾਂ ਦੇ ਉੱਤੇ ਨਹੀਂ, ਮੈਂ ਸਮਝਾਂਗਾ ਕਿ ਪੰਜਾਬ ਦੇ ਵਿੱਚ ਵਸਦੇ ਹਿੰਦੂਆਂ ਦੇ ਮਨਾਂ ਦੇ ਉੱਤੇ ਵੀ ਇਸ ਦੇ ਨਿਸ਼ਾਨ ਜਿਹੜੇ ਨੇ ਉਹ ਗਹਿਰੇ ਤੇ ਡੂੰਘੇ ਜਿਹੜੇ ਨੇ ਉਹ ਲੱਗੇ ਹੋਏ ਨੇ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ। ਪਰ ਮਸਲਾ ਇਸ ਗੱਲ ਦਾ ਕਿ ਜਿਸ ਢੰਗ ਦੀਆਂ ਰਵਨੀਤ ਸਿੰਘ ਬਿੱਟੂ ਵੀ ਸਟੇਟਮੈਂਟਾਂ ਦੇ ਰਿਹਾ ਹੈ, ਉਹ ਸਟੇਟਮੈਂਟਾਂ ਵੀ ਕਿਸੇ ਢੰਗ ਨਾਲ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀਆਂ ਨੇ ਉਹ ਵਾਜਬ ਨਜ਼ਰ ਨਹੀਂ ਆਉਂਦੀਆਂ। ਸੋ ਇਹਨਾਂ ਦੇ ਉੱਤੇ ਅਸੀਂ ਕਰਾਂਗੇ ਚਰਚਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਸਟੇਟਮੈਂਟ ਹੈ, ਚਾਹੇ ਉਹ ਜਥੇਦਾਰ ਅਕਾਲ ਤਖਤ ਹੋਰਾਂ ਦੀ ਸਟੇਟਮੈਂਟ ਹੈ, ਕਿ ਇਹ ਸਟੇਟਮੈਂਟ ਵੀ ਜਿਹੜੀ ਹੈਗੀ ਆ ਇਹ ਬਾਰਾ ਖਾ ਸਕਦੀ ਹੈ, ਕਿ ਇਹ ਸਟੇਟਮੈਂਟ ਹੈ ਜਾਂ ਕਿਸੇ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸਵਾਲ ਹੈ ਔਰ ਰਵਾਇਤੀ ਤੌਰ ਦੇ ਉੱਤੇ ਦੁਹਰਾਇਆ ਗਿਆ ਇਹ ਸਵਾਲ ਜਿਹੜਾ ਹੈ ਉਹ ਅਸੀਂ ਇਸ ਨੂੰ ਹੀ ਜਿਹੜਾ ਹੈ ਉਹ ਮੰਨ ਸਕਦੇ ਹਾਂ। ਪ੍ਰੋਗਰਾਮ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। This program is sponsored by Arlington Fuel Stop, Balbir Singh, Osmanpur. Fuel 1 Edison Fuel Stop, Jabbar Singh, Garewal. And Venko Truck and Auto Plaza, Balkeet Singh, Boparai. ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ
ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर सोशल चेंज। विजिट और कॉल। मोर इंफॉर्मेशन जैसी सिंह एंड साजिद तरार। S&S ब्रोकर्स इनकॉर्पोरेशन न्यू यर्सी ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਯਰਸੀ 08830 ਅਤੇ ਕਾਲ ਕਰੋ 201 259 9223। हक अपना जालिमों से वडेरों से छीन लो, उठो हसीन सुबह अंधेरों से छीन लो। नाज़रीन, दुनिया की 8 अरब आबादी किसी न किसी मजहबी अकीदा, फिरका या ग्रुप से ताल्लुक़ रखती है, जो उसका बुनियादी हक है। दुनिया के पेशतर ममालिक में आज मजहबी इंतहा पसंदी, दहशत गर्दी, जनूनियत और फरूनियत की वजह से ऐसे वाक़यात पेश आ रहे हैं जिसमें मजहबी इबादत गाहों पर हमले, मजहबी किताबों की बेहुरमती और इंसानों का कत्ले आम किया जा रहा है। नाज़रीन, बैनुल-अक़वामी मुआहिदा इंटरनेशनल कवेनेंट फॉर सिविल एंड पॉलिटिकल राइट्स, जिसको 172 ममालिक ने रेक्टिफाई किया है कि आर्टिकल 18 के तहत कोई रियासत, कोई हुकूमत, कोई गिरोह मजहब की बुनियाद पे आपसे इम्तियाजी सलूक नहीं रख सकता। आपकी मजहबी आज़ादी के लिए, रवादारी और अमन के फ़रोग के लिए हम बनेंगे आपकी आवाज़, हम दिखाएंगे आपके हालात, हम सुनेंगे आपके ख्यालात, सराहेंगे आपके इक़दामात। जल्द लेकर आ रहे हैं आपके लिए अहम प्रोग्राम मजहबी आज़ादी सबके लिए, परवेज रफीक के साथ, सिर्फ और सिर्फ बास टीवी पर। देखते रहिए। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. This program is sponsored by Arlington Fuel Stop, Balbir Singh, Osmanpur. Fuel 1 Edison Fuel Stop, Jabbar Singh, Garewal. And Venko Truck and Auto Plaza, Balkeet Singh, Boparai. ਆਵਾਜ਼ ਦੀ ਪ੍ਰਵਾਸ ਦੇ ਨਾਲ ਮੁੜ ਹਾਜ਼ਰ ਹੋਏ ਹਾਂ ਅਸੀਂ ਤੁਹਾਡੀ ਖਿਦਮਤ ਦੇ ਵਿੱਚ। ਬਕਾਇਦਾ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਦੁਨੀਆ ਭਰ ਦੀ ਬਹੁਤ ਹੀ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਇਸ ਵੇਲੇ ਸਮੁੱਚਾ ਦੁਨੀਆ ਜਿਹੜੀ ਹੈ ਉਹ ਲੰਘ ਰਹੀ ਹੈ, ਔਰ ਉਸ ਮੌਕੇ ਦੇ ਉੱਤੇ ਮੈਂ ਸਮਝਾਂਗਾ ਕਿ ਸਾਰਾ ਕੁਝ ਹੀ ਜਿਹੜਾ ਉਹ ਕਈ ਕੁਝ ਜਿਹੜਾ ਅਸੀਂ ਆਪਣਾ ਰਸਮੀ ਤੌਰ ਦੇ ਉੱਤੇ ਦਿਨ ਤਿਉਹਾਰ ਮਨਾਉਣੇ ਆ ਉਹ ਮਨਾ ਵੀ ਨਹੀਂ ਸਕੇ, ਔਰ ਕਈ ਪ੍ਰੋਗਰਾਮ ਜਿਹੜੇ ਸੀ ਉਹ ਅਸੀਂ पूर्ण रूप ਦੇ ਵਿੱਚ ਕਈ ਪ੍ਰੋਗਰਾਮ ਕਰ ਵੀ ਨਹੀਂ ਸਕੇ। ਔਰ ਮੈਂ ਸਮਝਾਂਗਾ ਕਿ ਜਿੱਥੇ ਵੱਡੇ ਪੱਧਰ ਦੇ ਉੱਤੇ ਨਗਰ ਕੀਰਤਨ ਕੱਢੇ ਜਾਂਦੇ ਸਨ, ਉਹ ਨਗਰ ਕੀਰਤਨ ਵੀ ਵਿਦੇਸ਼ਾਂ ਦੇ ਵਿੱਚ ਐਤਕੀ ਕੋਈ ਵੀ ਨਹੀਂ ਹੋ ਸਕਿਆ। ਔਰ ਇਹਨਾਂ ਸਾਰੇ ਹਾਲਾਤਾਂ ਦੇ ਚੱਲਦਿਆਂ ਮੈਂ ਸਮਝਾਂਗਾ ਕਿ ਵੱਖਰੀਆਂ ਵੱਖਰੀਆਂ ਜਿਹੜੀਆਂ ਇੱਕ ਪ੍ਰਤੀਕਰਮ ਜਿਹੜੇ ਨੇ ਉਹ ਉੱਭਰ ਕੇ ਆ ਰਹੇ ਨੇ। ਔਰ ਮੇਰੇ ਨਾਲ ਉੱਗੇ ਸਿੱਖ ਸਕਾਲਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਇਸ ਵੇਲੇ ਹਾਜ਼ਰ ਨੇ। ਮੈਂ ਭਾਈ ਸਾਹਿਬ ਹੋਰਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਆਜ਼ ਸਾਹਿਬ ਤੇ ਸਾਰੇ ਦਰਸ਼ਕਾਂ ਨੂੰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ। ਅਸੀਂ ਪਿਛਲੇ ਦਿਨ ਜਿਹੜੇ ਨੇ 5-6 ਦਿਨ ਉਹ ਘੱਲੂਘਾਰਾ ਦਿਵਸ ਮਨਾ ਕੇ ਹਟੇ हैं, ਔਰ ਘੱਲੂਘਾਰਾ ਦਿਵਸ ਦੇ ਵਿੱਚ ਮੈਂ ਸਮਝਾਂਗਾ ਕਿ ਜਿੱਥੇ ਪੂਰੀ ਦੁਨੀਆ ਜਿਹੜੀ ਹੈ ਉਹ ਇਸ ਵੇਲੇ ਬਹੁਤ ਔਖੀ ਘੜੀ ਦੇ ਵਿੱਚੋਂ ਲੰਘ ਰਹੀ ਹੈ,
ਉੱਥੇ ਸਭ ਤੋਂ ਔਖੀ ਘੜੀ ਜਿਹੜੀ ਹੈ ਉਹ ਸਿੱਖ ਕੌਮ ਵਾਸਤੇ ਹੈ ਕਿ ਜਿਹੜੇ ਸਿੱਖ ਵਿਦਵਾਨ ਨੇ ਜਾਂ ਸਿੱਖ ਪ੍ਰਚਾਰਕ ਜਿਹੜੇ ਨੇ ਉਹ ਆਪਸ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ, ਮੈਂ ਤੇ ਇਹ ਸ਼ਬਦ ਵਰਤਾਂਗਾ ਕਿ ਪੱਗੋ ਲੱਥੀ ਹੋਣ ਵਾਲੀ ਪੋਜੀਸ਼ਨ ਹੈ। ਜਿਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਸੋਸ਼ਲ ਨੈਟਵਰਕਾਂ ਦੇ ਉੱਤੇ ਵਰਤੀ ਜਾ ਰਹੀ ਹੈ। ਕੋਈ ਵੀ ਮੈਂ ਸਮਝਾਂਗਾ ਕਿ ਸੋਸ਼ਲ ਨੈਟਵਰਕ ਦੇ ਉੱਤੇ ਕੋਈ ਰਵਾਇਤੀ ਸ਼ਬਦਾਵਲੀ ਜਿਹੜੀ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੋਕੈਬਲਰੀ ਅੱਛੀ ਵਰਤ ਲੈਣੀ ਚਾਹੀਦੀ ਹੈ ਕੱਪੜੇ ਪਵਾ ਕੇ, ਉਹ ਵੋਕੈਬਲਰੀ ਵੀ ਨਹੀਂ ਵਰਤੀ ਜਾ ਰਹੀ। ਔਰ ਉੱਥੇ ਮੈਂ ਸਮਝਾਂਗਾ ਕਿ ਜਿੱਥੇ ਪੂਰੀ ਦੁਨੀਆ ਜਿਹੜੀ ਹੈ ਉਹ ਕੋਵਿਡ-19 ਦੇ ਨਾਲ ਜੂਝ ਰਹੀ ਹੈ ਔਰ ਲੋਕਾਂ ਨੂੰ ਹੋਰ ਕਿਸੇ ਪਾਸੇ ਵੀ ਸੁਰਤ ਜਾਂ ਸੁੱਧ ਜਿਹੜੀ ਹੈ ਉਹ ਕਰਨ ਦਾ ਕੋਈ ਵੀ ਮੌਕਾ ਨਹੀਂ ਹੈ। ਔਰ ਉੱਥੇ ਮੈਂ ਸਮਝਾਂਗਾ ਕਿ ਵਿਦੇਸ਼ ਦੇ ਵਿੱਚੋਂ ਵੀ ਜਿਹੜੀ ਗਰਮ ਖਿਆਲੀ ਲਹਿਰ ਹੈ ਉਹ ਪੂਰਨ ਰੂਪ ਦੇ ਵਿੱਚ ਹਰ ਮੁਲਕ ਦੇ ਵਿੱਚੋਂ ਇਸ ਵੇਲੇ ਪੂਰੀਆਂ ਤਪਸ਼ਦੀਆਂ ਹਵਾਵਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਔਰ ਭਾਰਤ ਦਾ ਜੰਮੂ ਕਸ਼ਮੀਰ ਜਿਹੜਾ ਉਹ ਆਪਣੇ ਸਿਸਟਮ ਦੇ ਵਿੱਚ ਸੜ ਰਿਹਾ ਹੈ। ਔਰ ਉਸ ਤੋਂ ਬਾਅਦ ਮੈਂ ਸਮਝਾਂਗਾ ਕਿ ਵੱਖ-ਵੱਖ ਰਾਜਨੀਤਿਕ ਲੋਕ ਜਿਹੜੇ ਨੇ ਉਹ ਆਪਣੀ ਏਡੇ ਵੱਡੇ ਪੱਧਰ ਦੀ ਗੈਰ ਜ਼ਿੰਮੇਵਾਰੀ ਵਾਲੀ ਭਾਸ਼ਾ ਵਰਤ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਸਰਦਾਰ ਰਵਨੀਤ ਸਿੰਘ ਬਿੱਟੂ, ਜਿਹੜੇ ਕਿ ਅਕਸਰ ਹੀ ਇਹਨਾਂ ਦਿਨਾਂ ਦੇ ਵਿੱਚ, ਜਦਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼ਾਂਤ ਹੋ ਜਾਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਦਾ ਦਿਲ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਪੱਛਿਆ ਜਾਂਦਾ, ਚਾਹੇ ਉਹ ਇਹ ਸਾਕਾ ਹੋਵੇ ਤੇ ਚਾਹੇ ਮੈਂ ਸਮਝਾਂਗਾ ਕਿ ਉਸ ਫਤਿਹਗੜ੍ਹ ਵਾਲਾ ਸਾਕਾ ਹੋਵੇ। ਔਰ ਉਹਨਾਂ ਦੀਆਂ ਸਟੇਟਮੈਂਟਾਂ ਗਰਮ ਆ ਰਹੀਆਂ ਨੇ। ਔਰ ਦੂਜੇ ਪਾਸਿਓਂ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਹੈ ਉਹ ਖਾਲਿਸਤਾਨ ਵਾਲੀ ਸਟੇਟਮੈਂਟ, ਮੈਂ ਹੁਣ ਤੁਸੀਂ ਇਹਨੂੰ ਕਲੈਰੀਫਾਈ ਕਰੋਗੇ ਕਿ ਉਹ ਸਟੇਟਮੈਂਟ ਹੈ ਜਾਂ ਪੁੱਛਿਆ ਹੋਇਆ ਇੱਕ ਸਵਾਲ ਹੀ ਹੈ, ਕਿਉਂਕਿ ਕੋਈ ਵੀ ਉਹ ਮਤਲਬ ਡਿਕਲੇਅਰ ਕੀਤੀ ਹੋਈ ਸਟੇਟਮੈਂਟ ਨਹੀਂ ਹੈ। ਪਰ ਮੀਡੀਆ ਨੇ ਉਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਉਛਾਲ ਦਿੱਤਾ ਕਿ ਮਤਲਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਹ ਸਟੇਟਮੈਂਟ ਦਿੰਦੇ ਨੇ ਤੇ ਕੀ ਬਾਦਲ ਪਰਿਵਾਰ ਨੂੰ ਬਾਰਾ ਖਾ ਸਕਦੀ ਹੈ, ਜਿਨ੍ਹਾਂ ਦੇ ਸ਼ਿਕੰਜੇ ਦੇ ਥੱਲੇ ਸਾਰੇ ਦੇ ਸਾਰੇ, ਚਾਹੇ ਉਹ SGPC ਦਾ ਪ੍ਰਧਾਨ ਹੈ, ਚਾਹੇ ਉਹ ਤਖਤਾਂ ਦੇ ਜਥੇਦਾਰ ਨੇ, ਉਹ ਸਾਰੇ ਇਹਨਾਂ ਦੇ ਸ਼ਿਕੰਜੇ ਦੇ ਥੱਲੇ ਆਉਂਦੇ ਨੇ। ਕੀ ਇਹ ਬਰਦਾਸ਼ਤ ਕਰ ਸਕਦੇ ਨੇ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਬਾਦਲ ਪਰਿਵਾਰ? ਰਿਆੜ ਸਾਹਿਬ, ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਡੇ ਸਭ ਲਈ ਸਤਿਕਾਰਯੋਗ ਹੈ ਜੀ। ਅਸੀਂ ਸ਼੍ਰੀ ਅਕਾਲ ਸਾਹਿਬ ਨੂੰ ਨਤਮਸਤਕ ਹਾਂ ਜੀ। ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਨਾ ਮਿਸਲਾਂ ਦੇ ਕਾਲ ਦੇ ਵਿੱਚ ਜੀ ਜਾਂ ਉਸ ਤੋਂ ਪਹਿਲਾਂ ਖਾਲਸੇ ਲਈ ਜੁੜ ਬੈਠਣ ਦਾ ਸਥਾਨ ਹੈ, ਜਿੱਥੇ ਬਹਿ ਕੇ ਆਪਸੀ ਵਿਚਾਰਾਂ ਦੇ ਰਾਹੀਂ ਕੌਮ ਕਿਸੇ ਨਤੀਜੇ ਤੇ, ਕਿਸੇ ਸਿੱਟੇ ਤੇ ਕੋਈ ਫੈਸਲਾ ਲੈਂਦੀ ਸੀ। ਬਹੁਤ ਸਾਰੇ ਫੈਸਲੇ ਇੱਥੋਂ ਲਏ ਗਏ ਜਿਹਦੇ ਵਿੱਚ ਅੱਗੇ ਜਾ ਕੇ ਕੌਮ ਨੇ ਸੇਧ ਵੀ ਦਿੱਤੀ ਗਈ। ਪਰ ਉਹ ਜਦੋਂ ਫੈਸਲਾ ਲੈਂਦੇ ਸੀ ਨਾ ਜੀ, ਤੇ ਉਦੋਂ ਫਿਰ ਕਹਿੰਦੇ ਸੀ ਕਸੂਰ ਤੋਂ ਜਿਹੜੀ ਹੈ ਇੱਕ ਬ੍ਰਾਹਮਣ ਦੀ ਵਾਈਫ ਛਡਾ ਕੇ ਲਿਆਉਣੀ ਹੈ, ਤੇ ਉੱਥੇ ਫਿਰ ਕੌਮਾਂ ਫੈਸਲਾ ਕਰ ਲੈਂਦੀਆਂ ਸੀ ਅਰਦਾਸ ਕਰਕੇ ਆਪਾਂ ਚੱਲ ਪੈਣਾ ਹੈ। ਦਿੱਕਤ ਇਹ ਆ ਰਹੀ ਹੈ। ਔਰ ਉਹਨਾਂ ਨੇ ਕਦੇ ਕਿ ਉਸ ਫੈਸਲੇ ਤੋਂ ਨਾ, ਜਿਹੜਾ ਵੀ ਜਥੇਦਾਰ ਹੁੰਦਾ ਸੀ, ਭਾਵੇਂ ਕੋਈ ਵੀ ਵਿਅਕਤੀ ਉੱਥੇ ਬੈਠਾ ਸੀਗਾ ਜਿਹਨੂੰ ਚੁਣਿਆ ਜਾਂਦਾ ਸੀ ਜੀ, ਉਹ ਅੱਗੇ ਲੱਗਦਾ ਸੀ ਔਰ ਅੱਗੇ ਲੱਗ ਕੇ ਤਾਂ ਫਿਰ ਕੌਮ ਨੂੰ ਅਗਵਾਈ ਦਿੰਦਾ ਸੀ, ਉੱਥੇ ਚੱਲ ਪੈਂਦਾ ਸੀ ਜੀ। ਲੇਕਿਨ ਹੁਣ ਦਿੱਕਤ ਇਹ ਆ ਗਈ ਹੈ ਕਿ SGPC ਐਕਟ ਜਿਹੜਾ ਅੰਗਰੇਜ਼ ਨੇ ਬਣਾਇਆ ਨਾ, ਉਹਦੇ ਵਿੱਚ ਸ਼ਬਦ ਪ੍ਰੀਸਟ ਵਰਤਿਆ, ਹੈਡ ਪ੍ਰੀਸਟ, ਜਿੱਥੇ ਉਹ ਜਿਹੜੀ ਹੈ ਨਾ ਹੈਡ ਪ੍ਰੀਸਟ ਦੀ ਅਪੁਆਇੰਟਮੈਂਟ ਜਿਹੜੀ ਅਥਾਰਟੀ ਆ ਉਹ SGPC ਹੈ। ਹੁਣ ਗੱਲ ਇਹ ਹੈ ਕਿ ਜਿਹੜਾ ਕੋਈ ਫੈਸਲਾ ਕਿ SGPC ਦੀ ਜਿਹੜੀ ਜਨਰਲ ਬਾਡੀ ਦੀ ਮੀਟਿੰਗ ਹੈ ਜੀ, ਇਹਦੇ ਵਿੱਚ ਕੋਈ ਐਸਾ ਫੈਸਲਾ ਹੋਇਆ, ਕੋਈ ਐਸਾ ਮਤਾ ਲਿਆਂਦਾ ਗਿਆ ਹਾਂਜੀ, ਔਰ ਉਸ ਮਤੇ ਦੇ ਤੇ ਫਿਰ ਜਥੇਦਾਰ ਸਾਹਿਬਾਨ ਨੇ ਕੋਈ ਵਿਦਵਾਨਾਂ ਦੀ ਕਮੇਟੀ ਬਣਾ ਕੇ ਜੀ ਕੀ ਉਹਦੇ ਤੇ ਅੱਗੇ ਪੜਤਾਲ ਕਰਕੇ, ਕਿਉਂਕਿ ਮੈਂ ਇਹ ਸਮਝਦਾ ਅਸੀਂ ਜਥੇਦਾਰ ਸਾਹਿਬ ਨੂੰ ਰਾਸ਼ਟਰਪਤੀ ਦੇ ਬਰਾਬਰ ਸਮਝੀਏ, ਬਲਕਿ ਦੇਸ਼ ਦਾ, ਸਾਡੀ ਕੌਮ ਦਾ ਰਾਸ਼ਟਰਪਤੀ। ਰਾਸ਼ਟਰਪਤੀ ਕੋਲ ਜਾਣ ਤੋਂ ਪਹਿਲਾਂ ਜਿਹੜੀ ਹੈ ਨਾ ਕੋਈ ਵੀ ਚੀਜ਼ ਜੀ, ਉਹਦੀ ਇੱਕ ਪ੍ਰਕਿਰਿਆ ਬਣੀ ਹੋਈ ਹੈ ਕਿ ਇਸ ਤਰ੍ਹਾਂ ਹੋਏਗੀ, ਪਾਰਲੀਮੈਂਟ ਪਾਸ ਕਰੇਗਾ, ਫਿਰ ਬੈਠ ਹੋਏਗੀ, ਫਿਰ ਜਾ ਕੇ ਜੇ ਕਾਨੂੰਨੀ ਪੱਖ ਦੇਖੇ ਜਾਣਗੇ, ਫਿਰ ਰਾਸ਼ਟਰਪਤੀ ਮੋਹਰ ਲਾਉਂਦਾ। ਜਿਹੜਾ ਬਿਆਨ ਦੀ ਤੇ ਤੁਸੀਂ ਉਂਝ ਤੋਂ ਆਪ ਹੀ ਨਹੀਂ ਆਖਿਆ, ਮੈਂ ਉਹਦੇ ਨਾਲ ਸਹਿਮਤੀ ਹੈ ਜੀ ਕਿ ਬਿਆਨ ਉਹਨਾਂ ਨੇ ਦਿੱਤਾ ਨਹੀਂ ਹੈਗਾ।
ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਹੈ। ਜੀ ਹਾਂਜੀ, ਜੋ ਦੇਖਿਆ ਜਾਵੇ ਤੇ ਉੱਥੇ ਗਿਆਨੀ ਰਜਨੀਤ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ ਵੀ ਬੈਠੇ ਸੀ ਜੀ। ਤੇ ਐਸਜੀਪੀਸੀ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਵੀ ਬੈਠੇ ਸੀ। ਇਸ ਗੱਲ ਦਾ ਜਵਾਬ ਕਿਸੇ ਹੋਰ ਢੰਗ ਨਾਲ ਵੀ ਦਿੱਤਾ ਜਾ ਸਕਦਾ। ਉਹਨਾਂ ਦੇ ਆਪਣੇ ਸ਼ਬਦਾਂ ਦੇ ਵਿੱਚੋਂ 2 ਸ਼ਬਦ ਉਹਨਾਂ ਨੇ ਵਰਤੇ ਆ। ਪਹਿਲੇ ਸ਼ਬਦ ਜੀ ਉਹਨਾਂ ਨੇ ਆਖਿਆ ਕਿ ਜੇਕਰ ਦਿੱਤਾ ਜਾਊ ਹਾਂਜੀ ਤੇ ਫਿਰ ਅਸੀਂ ਪ੍ਰਵਾਨ ਕਰਾਂਗੇ। जी जी ਗੱਲ ਇਹ ਹੈ ਕਿ ਪਹਿਲਾ ਦਿੰਦਾ ਕੌਣ ਹੈ, ਕਹੂੰ किसी को राज ना दे है जो ले है निज बल से ले है। बिल्कुल 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 ਦਿੱਤਾ ਦਾ ਜਿਹੜਾ ਦਿੱਤਾ ਦਾ ਮੰਗਣ ਵਾਲੇ ਹੈ ਕਿ ਜੇ ਕੋਈ ਸਾਨੂੰ ਖੈਰ ਪਾਊਗਾ ਤੇ ਅਸੀਂ ਮਨਾ ਨਹੀਂ ਕਰਾਂਗੇ। अच्छा ये शब्द भी क्यों वरतिया जाता है? ਇਹਦੀ ਥਾਂ ਦੇ ਉੱਤੇ ਤਾਂ ਵਰਤਿਆ ਹੀ ਨਾ ਜਾਵੇ ਫਿਰ ਸ਼ਬਦ ਕੋਈ ਵੀ। ਹਾਂ, ਇਹ ਸ਼ਬਦ ਜਿਹੜਾ ਹੈ ਨਾ ਜੀ ਜੀ। ਮੰਗ ਦਰਸਾਉਂਦਾ ਹੈ। ਮੰਗ ਦਰਸਾਉਂਦਾ ਹੈ ਨਾ ਜੀ। ਹਾਂ, ਮੰਗ ਦਰਸਾਉਂਦਾ। ਹਾਂ ਹਾਂ, ਇਹ ਮੰਗ ਸੂਚਕ ਸ਼ਬਦ ਹੈ। ਰਾਈਟ ਸਾਨੂੰ ਰਾਈਟ ਦਿੱਤਾ ਜਾਊਗਾ। ਜੀ 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 ਸਿੱਖਿਆ ਦਿੱਤੀ ਜਾਏਗੀ ਤੁਹਾਨੂੰ ਹਾਂਜੀ ਬਿਲ- ਜੋ ਤੁਸੀਂ ਸਿੱਖਿਆ ਨੂੰ ਨਾ ਨਹੀਂ ਕਰੋਗੇ। ਇੱਕ ਤਾਂ ਇਹ ਸ਼ਬਦ ਦੀ ਇੱਕ ਦੂਜੀ ਗੱਲ ਹੈ। ਦੂਜੀ ਗੱਲ ਹੈ ਸ਼ਬਦ ਵਰਤਿਆ ਗਿਆ ਅੰਨਾ ਕੀ ਭਾਲੇ 4 ਅੱਖਾਂ ਹਾਂਜੀ। ਆਮ ਤੌਰ ਤੇ ਮੁਹਾਵਰਾ ਹੈ ਅੰਨਾ ਕੀ ਭਾਲੇ 2 ਅੱਖਾਂ ਜੀ। ਲੇਕਿਨ ਜਥੇਦਾਰ ਸਾਹਿਬ ਨੇ ਉਹਦੇ ਲਈ ਸ਼ਬਦ 4 ਅੱਖਾਂ ਵਰਤਿਆ। 4 ਅੱਖਾਂ ਹੁਣ ਵਰਤਿਆ। ਕੀ ਸਿੱਖ ਕੌਮ ਅੰਨੀ ਹੈ? ਬਲ ਇਹ ਅੱਛਾ ਇਹ ਦੋਨੋਂ ਪੈਰਲਲ ਜਥੇਦਾਰ ਸਾਹਿਬ ਨੇ ਸ਼ਬਦ ਵਰਤੇ ਉੱਥੇ ਹੈ ਜੀ। ਇਹ 2 ਸ਼ਬਦ ਹੈ ਜੀ ਉਹਨਾਂ ਦੀ ਸਟੇਟਮੈਂਟ। ਮੈਨੂੰ ਇਹਨਾਂ ਸ਼ਬਦਾਂ ਦਾ ਦੇਖੋ ਚੋਣ ਕਿਉਂ ਕੀਤੀ ਗਈ ਹਾਂਜੀ ਜੀ। ਔਰ ਅੰਨੀਆਂ ਕੌਮਾਂ ਨੂੰ ਅੰਨੇ ਵਿਅਕਤੀਆਂ ਨੂੰ ਕੀ ਪ੍ਰਾਪਤੀ ਹੁੰਦੀ ਹੈ ਮੈਨੂੰ ਗੱਲ ਨਹੀਂ ਸਮਝ। ਜੀ 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 ਇੱਕ ਬੜੀ ਜਿਹੜੀ ਹੈ ਨਾ ਇੱਕ ਮੈਂ ਸਮਝਣਾ ਕਿਸੇ ਦੇਸ਼ ਤੋਂ ਵੱਖਰੇ ਹੋ ਜਾਣ ਵਾਸਤੇ ਜੀ। ਇੱਕ ਬੜੀ ਵੱਡੀ ਜਿਹੜੀ ਹੈ ਨਾ ਨੀਤੀ ਬਣਦੀ ਹੈ। ਔਰ ਉਸ ਨੀਤੀ ਦੇ ਵਿੱਚ ਕੌਮੀ ਜਿਹੜਾ ਨਾ ਦੇਖੋ 2 ਜਿਹੜੇ ਖਾਲਸਾ ਰਾਜ ਜਦੋਂ ਸਥਾਪਿਤ ਹੋਇਆ ਨਾ ਜੀ। ਤੇ ਉਹਦੀ ਰਾਜਧਾਨੀ ਲਾਹੌਰ ਸੀ ਇੱਕ। ਤੇ ਅਸੀਂ ਦੂਜੀ ਜਿਹੜੀ ਹੈ ਸਾਡਾ ਜਿਹੜਾ ਮੁਕੱਦਸ ਸਥਾਨ ਹੈ ਉਹ ਉਸੇ ਤਰ੍ਹਾਂ ਹੀ ਗੁਰਦੁਆਰਾ ਨਨਕਾਣਾ ਸਾਹਿਬ ਵੀ ਹੈ। ਨਨਕਾਣਾ ਸਾਹਿਬ ਵੀ। ਸਾਡਾ ਮੁਕੱਦਸ ਸਥਾਨ ਜਿਹੜਾ ਹੈ ਕਰਤਾਰਪੁਰ ਸਾਹਿਬ ਵੀ ਹੈ। ਸਾਡਾ ਮੁਕੱਦਸ ਸਥਾਨ ਪੰਜਾ ਸਾਹਿਬ ਵੀ ਹੈ। ਉਹ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਪੈਰ ਧਰੇ ਗਏ ਜੀ। ਉਹ ਜਗ੍ਹਾ ਜਗ੍ਹਾ ਪਵਿੱਤਰ ਹੈ। ਉਸੇ ਧਰਤੀ ਤੋਂ ਹੀ ਜਿਹੜੀ ਹੈ ਨਾ ਪਰਿਵਾਰ ਸੋਢੀ ਪਰਿਵਾਰ ਵੀ ਜਿਹੜਾ ਚੂਨਾ ਮੰਡੀ ਲਾਹੌਰ ਤੋਂ ਹੀ ਆਇਆ। ਤੇ ਚੌਥੀ ਪਾਤਸ਼ਾਹੀ ਤੋਂ ਲੈ ਕੇ ਤੇ 10ਵੇਂ ਪਾਤਸ਼ਾਹੀ ਤੱਕ ਵੀ ਜਿਹੜਾ ਜੱਦੀ ਜਿਹੜਾ ਨਗਰ ਹੈ ਨਾ ਉਹ ਲਾਹੌਰ ਆ। ਤੇ ਗੱਲ ਹੈ ਇਹ ਜਿਹੜਾ ਸਾਡਾ ਸਿੱਖ ਪੰਥ ਤੇ ਖਾਲਸਾ ਪੰਥ ਹੈ ਜੀ। ਇੱਕ ਬ੍ਰਹਮੰਡੀ ਸੋਚ ਹੈ, ਬ੍ਰਹਮੰਡ ਨਾਲ ਸੰਬੰਧਿਤ ਹੈ, ਕਿਸੇ ਖਿੱਤੇ ਨਾਲ ਸੰਬੰਧਿਤ ਨਹੀਂ ਹੈਗੀ। ਜੀ 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 ਜੀ। ਇਹਨਾਂ ਨੂੰ ਮੈਂ ਸਮਝਦਾ ਕਿ ਦੇਖੋ ਵਿਦਵਾਨ ਬਹੁਤ ਹੈਗੇ ਆ, ਵਿਚਾਰਵਾਨ ਵੀ ਬੜੇ ਆ, ਬੜੇ ਬੜੇ ਅੱਛੇ ਲੋਕ ਬੈਠੇ ਆ ਕਿ ਉਹਨਾਂ ਦੀਆਂ ਇਕੱਠੀਆਂ ਕਰਕੇ ਮੀਟਿੰਗ ਜ਼ਿਆਦਾ ਜਥੇਦਾਰ ਸਾਹਿਬ ਜਦੋਂ ਬਿਆਨ ਉਹਨਾਂ ਨੇ ਐਕਸ਼ਨ 'ਚ ਦਿੱਤਾ ਜਾਂ ਰਿਐਕਸ਼ਨ 'ਚ ਦਿੱਤਾ ਹੈ ਉਹਨਾਂ ਨੂੰ ਇੱਕ ਵਿਦਵਾਨਾਂ ਦੀ ਸਾਰਿਆਂ ਦੀ ਮੀਟਿੰਗ ਕਾਲ ਕਰਨੀ ਚਾਹੀਦੀ ਹੈ। ਉਹਨਾਂ ਦੇ ਵਿਚਾਰ ਲੈਣੇ ਚਾਹੀਦੇ ਆ। ਐਸਜੀਪੀਸੀ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਭਾਈ ਐਸਜੀਪੀਸੀ ਸਾਹਿਬ ਤੁਸੀਂ ਹੁਣ ਜਿਹੜੇ ਪ੍ਰਧਾਨ ਜੀ ਉੱਥੇ ਬੈਠੇ ਹੋ ਇਹਦੇ ਬਾਰੇ ਜਿਹੜਾ ਮਤਾ ਜਿਹੜੇ ਆ ਉਹਦੇ ਵਿੱਚ ਲੈ ਕੇ ਆਓ। ਤਾਂ ਉਹ ਮੈਂ ਸਮਝਣਾ ਕਿ ਜੇ ਤਾਂ ਆਪ ਜੀ ਕਿਸੇ ਗੱਲ ਤੇ ਸਿੰਸੀਅਰ ਹੈਗੇ ਹੋ, ਸੀਰੀਅਸ ਹੈਗੇ ਹੋ, ਸ਼ਬਦਾਵਲੀ ਵੀ ਉਹੀ ਵਰਤਣੀ ਚਾਹੀਦੀ ਹੈ ਜਿਹੜੀ ਪੰਥਕ ਹੈ। ਰਾਈਟ ਰਾਈਟ। मतलब देखो आते एक भिख्या वाली शब्दावली है और एक मतलब कौम नूं अन्ने शब्द जिहड़ा वरतना मैं समझांगा कि एडे पायदार व्यक्ति कोलों ਜਾਂ ਏਡੇ ਰੁਤਬੇ ਦੇ ਉੱਤੇ ਬੈਠੇ ਵਿਅਕਤੀ ਕੋਲੋਂ ਇਹ ਸ਼ਬਦ ਜਿਹੜਾ ਇਹ ਤੇ ਅਸੀਂ ਮਤਲਬ ਕਰ ਹੀ ਨਹੀਂ ਸਕਦੇ, ਕਲੇਮ ਹੀ ਨਹੀਂ ਕਰ ਸਕਦੇ। ਠੀਕ ਹੈ ਕਿ ਨਹੀਂ ਜੀ? ਜੀ 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 ਅਸੀਂ ਸੋਚ ਨਹੀਂ ਸਕਦੇ ਕਿ ਐਸੇ ਸ਼ਬਦ ਵਰਤੇ ਐਸੇ ਸ਼ਬਦ ਵਰਤੇ ਜਾਣਗੇ। ਹਾਂ, ਉਸ ਤੋਂ ਬਾਅਦ ਫਿਰ ਅੱਜ 6 ਤਰੀਕ ਤੋਂ ਸਮਝ ਲਓ ਵੀ 9 ਤਰੀਕ ਹੋ ਗਈ ਹੈ ਜੀ। ਤੇ ਸਿੰਘ ਸਾਹਿਬ ਜੀ ਜਿਹੜੀ ਇਹਦੇ ਲਈ ਕਿਹੜਾ ਕਦਮ ਅੱਗੇ ਚੁੱਕਿਆ ਜੀ। ਜਿਹੜਾ 3 ਦਿਨਾਂ ਦੇ ਵਿੱਚ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਕਿ ਕਦਮ ਕੋਈ 6, 7, 8 ਨੂੰ ਜਿਹੜਾ ਕੋਈ ਉਹਨਾਂ ਨੇ ਉਸ ਵੇਲੇ ਫੈਸਲਾ ਕੀਤਾ ਹੋਵੇ ਕਿ ਮੈਂ ਇਹ ਸਟੇਟਮੈਂਟ ਦਿੱਤੀ ਹੈ ਕਿ ਮੈਂ ਹੁਣ ਕੌਮ ਨੂੰ ਇਹਦੇ ਲਈ ਅੱਗੇ ਕੋਈ ਰਾਹ ਦੱਸਾਂ ਜਾਂ ਕੌਮ ਨੂੰ ਪੂਰੀ ਨੂੰ ਭਰੋਸੇ ਚ ਲਵਾਂ ਜਾਂ ਕਿਵੇਂ ਕਰਾਂ। ਇਹ ਸਾਡੀ ਨਾ ਬਦਕਿਸਮਤੀ ਹੈ। ਅਸੀਂ ਐਸੀਆਂ ਸਟੇਟਮੈਂਟਾਂ ਦੇ ਕੇ ਇਮੋਸ਼ਨਲ ਬਲੈਕਮੇਲ ਕਰਕੇ ਜਿਹੜੇ
ਫੌਜੀਆਂ ਨੂੰ ਆਖਿਆ ਕਿ ਤੁਸੀਂ ਬੈਰਕਾਂ ਛੱਡ ਦਿਓ। ਜਦੋਂ ਵਿਚਾਰੇ ਬੈਰਕਾਂ ਛੱਡ ਕੇ ਆ ਗਏ ਤੇ ਫਿਰ ਅਸੀਂ ਉਹਨਾਂ ਨੂੰ ਸਾਂਭਿਆ ਨਹੀਂ। ਅਸੀਂ ਐਸੀਆਂ ਸਟੇਟਮੈਂਟਾਂ ਦੇ ਕੇ ਹੋਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹਨਾਂ ਦਾ ਨੁਕਸਾਨ ਕਰਾਇਆ। ਤੇ ਮੈਂ ਸਮਝਦਾ ਜਿਹੜੇ ਬੰਦਿਆਂ ਨੇ ਨੌਜਵਾਨਾਂ ਨੂੰ ਮਾਰਿਆ ਜੀ, ਉਹਨਾਂ ਨੂੰ ਤਾਂ ਅਸੀਂ ਕੁਰਸੀਆਂ ਦੇਤੀਆਂ, ਵੱਡੇ ਬਣਾਤਾ, ਉਹਨਾਂ ਨੂੰ ਬੜੇ ਬੜੇ ਉੱਤੇ ਅਹੁਦੇ ਦਿੱਤੇ ਆ। ਮੈਂ ਕਿਸੇ ਵਿਅਕਤੀ ਦੇ ਬਾਰੇ ਨਹੀਂ ਸੋਚਾਂਗਾ, ਅਨੇਕਾਂ ਨੂੰ ਕਿਸੇ ਨੂੰ ਵੀ ਨਹੀਂ ਸਜ਼ਾ ਦਿੱਤੀ। ਬਿਲਕੁਲ ਹਾਂਜੀ। ਸੋ ਜੋ ਅਸੀਂ ਕਹਿੰਦੇ ਆ ਜਿਹੜੀ ਹੈ ਕਿ ਅਸੀਂ ਕੌਮ ਲਈ ਉਹਨੇ ਸਿੰਸੀਅਰਲੀ ਗੱਲ ਕਰ ਸਕਦੇ ਹਾਂ। ਮੈਨੂੰ ਸ਼ਰਮ ਆਉਂਦੀ ਹੈ ਉਸ ਗੱਲ ਦੀ ਜਿੱਦਣ ਪ੍ਰੋਫੈਸਰ ਮਨਜੀਤ ਸਿੰਘ ਨੂੰ ਇੱਕ SP ਨੇ ਧੱਕੇ ਮਾਰੇ, DSP ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਤੇ ਉਹਨੂੰ ਮੁੜ ਕੇ ਤੁਸੀਂ ਉਹਦਾ ਕਰੈਕਟਰ ਦੇਖੋ, ਇੰਨੀਆਂ ਉਹਦੇ ਖਿਲਾਫ ਕੰਪਲੇਂਟਸ ਆ, ਉਹ ਬੰਦੇ ਨੂੰ ਤੁਸੀਂ IG ਤੱਕ ਬਣਾਤਾ ਆਊਟ ਆਫ ਵੇ ਔਰ ਬਿਨਾਂ ਕਿਸੇ ਤੋਂ ਜਿਹਨੂੰ ਸਜ਼ਾ ਮਿਲੀ। ਗੱਲ ਇਹ ਹੈ ਕਿ ਮੈਨੂੰ ਮਤਲਬ ਜੋ ਤੁਸੀਂ ਕਰਦੇ ਹੋ ਨਾ ਜੀ ਨਾਲ ਲੋਕਾਂ ਦੇ ਸਾਹਮਣੇ ਇੱਕ ਐਸਾ ਨਜ਼ਰ ਆਉਣਾ ਚਾਹੀਦਾ ਹੈ ਕਿ ਜਿਹੜੀ ਕੌਮੀ ਜਿਹੜੀ ਹੈ ਨਾ ਹਸਤੀ ਹੈ, ਕੌਮੀ ਜਥੇਦਾਰ ਸਾਹਿਬਾਨ ਹੈ, ਕੋਈ ਇਹਨਾਂ ਦਾ ਮਾਨ ਸਤਿਕਾਰ ਹੈ। ਜਥੇਦਾਰ ਰਣਜੀਤ ਸਿੰਘ ਹੋਰਾਂ ਨੂੰ ਕਿਵੇਂ ਕੱਟਿਆ ਗਿਆ। ਦੇਖੋ ਮੈਂ ਇਹ ਸਮਝਦਾ ਸੀ ਕਿ ਦੇਖੋ ਨਿਰੰਕਾਰੀ ਕਾਂਡ ਦੇ ਬਾਰੇ ਚ ਜੇਕਰ ਸਭ ਤੋਂ ਵੱਡਾ ਕੋਈ ਡਿਸੀਜਨ ਲੈ ਲਿਆ ਸੀ ਤਾਂ ਉਹਨਾਂ ਨੇ, ਮੈਂ ਸਮਝਾਂਗਾ ਕਿ ਆਪਾ ਬਾਰ ਕੇ ਲੈ ਲਿਆ ਸੀ। ਰਾਈਟ। ਜੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੀ ਅੱਜ ਤੁਸੀਂ ਐਗਜ਼ਾਮਪਲ ਦਿੰਦੇ ਹੋ ਕਿ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੂੰ ਇੱਕ DSP ਜਿਹੜਾ ਰੈਂਕ ਦਾ ਬੰਦਾ ਉਹ ਧੱਕੇ ਮਾਰਦਾ ਔਰ ਆਊਟ ਆਫ ਵੇ ਜਾ ਕੇ ਉਹਨੂੰ IG ਦੀ ਕੁਰਸੀ ਦੇ ਉੱਤੇ ਬਿਠਾਲ ਦਿੱਤਾ ਜਾਂਦਾ ਔਰ ਮਤਲਬ ਉਸ ਤੋਂ ਬਾਅਦ ਮੈਂ ਸਮਝਾਂਗਾ ਕਿ ਟੌੜਾ ਸਾਹਿਬ ਰਾਜਨੀਤਿਕ ਹਸਤੀ ਸਨ। ਟੌੜਾ ਸਾਹਿਬ ਨੂੰ ਵੀ ਪਾਰਟੀ ਦੇ ਵਿੱਚੋਂ ਤੇ ਜਥੇਦਾਰ ਰਣਜੀਤ ਸਿੰਘ ਹੋਰਾਂ ਨੂੰ ਵੀ ਕੇਸ ਢੰਗ ਦੇ ਨਾਲ ਜ਼ਲੀਲ ਕਰਕੇ ਉਸ ਵੇਲੇ ਕੱਢਿਆ ਜਾਂਦਾ ਜਦੋਂ ਅਸੀਂ 300 ਸਾਲਾ ਜਿਹੜਾ ਅਸੀਂ ਖਾਲਸਾ ਪੰਥ ਦਾ ਮਨਾ ਰਹੇ ਸੀ ਔਰ ਬਕਾਇਦਾ ਤੌਰ ਦੇ ਉੱਤੇ ਪੂਰਾ ਮਤਲਬ ਮੈਂ ਸਮਝਾਂਗਾ ਕਿ ਉਸ ਦੀ ਕਾਟਵਾੜ ਕਰ ਦਿੱਤੀ ਗਈ ਉੱਥੇ ਵੱਖਰੀਆਂ ਸਟੇਜਾਂ ਲਾ ਕੇ, ਜਦ ਕਿ ਇਕਜੁੱਟਤਾ ਜਿਹੜੀ ਹੈ ਉਹ ਦਿਸਣੀ ਚਾਹੀਦੀ ਸੀ ਉੱਥੇ। ਹਾਂਜੀ ਦੇਖੋ, ਅਸੀਂ ਸਾਰਿਆਂ ਨੇ ਉੱਥੇ ਸਟੇਟਮੈਂਟਾਂ ਸੁਣੀਆਂ ਕਿ ਜਥੇਦਾਰ ਸਾਹਿਬ ਜਦੋਂ ਭਾਈ ਰਣਜੀਤ ਸਿੰਘ ਆਏਗਾ, ਜੇ ਕਿਤੇ ਮਿਲ ਜਾਂਦਾ ਹੈ ਤੇ ਅਸੀਂ ਉਹਨੂੰ ਸੋਨੇ ਨਾਲ ਤੋਲਾਂਗੇ। ਹਾਂਜੀ। ਤੇ ਅਸੀਂ ਤਾਂ ਉਹਨੂੰ ਸੋਨੇ ਨਾਲ ਕੀ, ਅਸੀਂ ਤਾਂ ਉਹਨੂੰ ਪਿੱਤਲ ਨਾਲ ਵੀ ਨਹੀਂ ਤੋਲਿਆ ਜੀ। ਗੱਲ ਦੇਖੋ, ਇੱਕ ਚੀਜ਼ਾਂ ਐਸੀਆਂ ਨੇ ਜਿਹੜੀਆਂ ਭਾਵਨਾਤਮਕ ਤੌਰ ਤੇ ਜਾਂ ਰਿਐਕਸ਼ਨ ਦੇ ਤੌਰ ਤੇ ਗੱਲਾਂ ਨਹੀਂ ਹੁੰਦੀਆਂ। ਕੌਮੀ ਫੈਸਲੇ ਇੱਕ ਬਹਿ ਕੇ ਜ਼ਿਰਗਾ ਇਕੱਠੇ ਹੋਣ, ਲੋਕ ਬਹਿ ਕੇ ਜਿਊਜ਼ ਦੇ ਬਹੁਤ ਵੱਡੀ ਇੱਕ ਬਣੀ ਹੋਈ ਹੈ ਕਮੇਟੀ, ਉਹ ਲੋਕ ਇਕੱਠੇ ਹੋ ਕੇ ਬਹਿੰਦੇ ਆ, ਫਿਰ ਉਹ ਕੌਮੀ ਫੈਸਲੇ ਕਰਦੇ ਆ। ਉਸ ਕੌਮੀ ਫੈਸਲੇ ਦੇ ਵਿੱਚ ਉਹ ਨਫਾ ਨੁਕਸਾਨ ਸਾਰੇ ਪਾਸੇ ਦੇਖਦੇ ਆ। ਹੁਣ ਅਸੀਂ ਜਿਹੜੇ ਸਾਡੇ ਫੈਸਲੇ ਕਰਨ ਵਾਲੇ ਨੇ ਉਹ ਤਾਂ ਜਥੇਦਾਰ ਸਾਹਿਬ ਤੋਂ ਮੈਂ ਸਮਝਦਾ ਕਿ ਜਿਹੜਾ ਸਾਡਾ ਉੱਤਰਾਖੰਡ ਦੇ ਵਿੱਚ ਹਰਿਦੁਆਰ ਦੇ ਵਿੱਚ ਗੁਰਦੁਆਰਾ ਜਿਹੜਾ ਹੈਗਾ ਉਹਦੇ ਲਈ ਅਸੀਂ ਜਥੇਦਾਰ ਸਾਹਿਬ ਤੋਂ ਫੈਸਲਾ ਕਰਨਾ। ਹਾਂਜੀ ਜੀ ਜਾਂ ਉੱਥੇ ਆਪ ਵਿਜ਼ਿਟ ਕਰਕੇ ਆਉਣ, ਕੋਈ ਗੱਲ ਕਰਨ। ਹਰਕੀ ਪੌੜੀ ਤੇ ਜਿਹੜਾ ਹੈਗਾ ਹਰਕੀ ਪੌੜੀ ਗਿਆਨ ਗੋਸ਼ਟੀ ਗੁਰਦੁਆਰਾ, ਉਹ ਅਸੀਂ ਜਿਹੜਾ ਗੁਰਦੁਆਰਾ ਗਿਆਨ ਗੋਸ਼ਟੀ ਅਸੀਂ ਕੀ ਕੀਤਾ। ਹਾਂਜੀ ਦੇਖੋ, ਇਹ ਬਹੁਤ ਸਾਰੀਆਂ ਮਸਲੇ ਨੇ। ਮੈਂ ਸਮਝਦਾ ਪੰਜਾਬ ਦੇ ਵਿੱਚ ਅਗਲੇ 33 ਸਾਲ ਤੱਕ ਕੋਈ ਸਿੱਖ ਜਿਹੜਾ ਉਹ ਨਾ ਤਾਂ DGP ਲੱਗ ਸਕਦਾ, ਨਾ ਚੀਫ ਸੈਕਟਰੀ ਲੱਗ ਸਕਦਾ। ਉਹਦੇ ਲਈ ਅਸੀਂ ਕੀ ਕੀਤਾ? ਇਹਦੇ ਕੀ ਕਾਰਨ ਨੇ ਜੀ? ਇਹਦੇ ਕੀ ਕਾਰਨ ਨੇ? ਇਹਦੇ ਕਾਰਨ ਹੈ ਕਿ ਨਾਨ ਸੀਰੀਅਸ ਅਪਰੋਚ ਹੈ। ਕਿਸੇ ਨੇ ਕੌਮੀ ਹਿੱਤ ਬਾਰੇ ਗੱਲ ਹੀ ਸੋਚੀ। 1.5 ਲੱਖ ਬੱਚਾ ਹਰ ਸਾਲ ਜਿਹੜਾ ਨਾ, ਹੁਣ ਵੀ ਬਾਕੀ ਸਾਰੀਆਂ ਦੁਕਾਨਾਂ ਬੰਦ ਆ, ਆਇਲਟਸ ਦੀਆਂ ਖੁੱਲੀਆਂ। ਅਸੀਂ ਪੰਜਾਬ ਨੂੰ, ਇਹ ਸਾਡੀ ਧਰਤੀ ਹੈ, ਅਸੀਂ ਖਾਲਿਸਤਾਨ ਬਣਾਉਂਦੇ ਇਹਨੂੰ ਕਿਤੇ ਖਾਲੀ ਸਥਾਨ ਨਾ ਬਣਾ ਦਈਏ। ਇਹ ਮੈਂ ਤਾਂ ਕੁਝ ਕੱਲ ਪਰਸੋਂ ਹੀ ਲਿਖਿਆ ਸੀਗਾ, ਸ਼ਾਇਦ ਆਪ ਜੀ ਨੇ ਪੜ੍ਹਿਆ ਵੀ ਹੋਵੇ, ਕਿ ਤੇ ਪੂਰਬੀਆਂ ਦਾ ਕਬਜ਼ਾ ਨਾ ਹੋ ਜਾਏ। ਉਹ ਅਸੀਂ ਸਾਡੀ ਜਿਹੜੀ ਆਪਣੀ ਇਹ ਧਰਤੀ ਹੈ ਤੇ ਫਿਲਮਾਂ ਦੇ ਵਿੱਚ ਵੇਖੀਦਾ ਕਿ ਦਾਦੇ ਨੂੰ ਤਾਂ ਦਾੜੀ ਕੇਸਾਂ ਵਾਲਾ ਸਰਦਾਰ ਬਤਾਉਂਦੇ ਆ, ਜਿਹੜਾ ਪਿਓ ਹੁੰਦਾ ਉਹਦੀ ਦਾੜੀ ਕੱਟੀ ਜਾਂਦੀ ਹੈ ਤੇ ਮੁੰਡੇ ਦਾ ਸਿਰ ਮੁੰਨਿਆ ਹੁੰਦਾ। ਇਹ ਅਸੀਂ ਹੁਣ ਜਿਹੜੀ ਹੈ ਨਾ, ਇਹ ਇੱਕ ਸਾਡਾ ਜਿਹੜਾ ਕੌਮੀ ਕੀ, ਇਹ ਕਦੇ ਜਥੇਦਾਰ ਸਾਹਿਬਾਨ ਨੇ ਸੋਚਿਆ ਕਿ ਯਾਰ ਇਹ ਸਿੱਖੀ ਸਰੂਪ ਨਹੀਂ ਹੈਗਾ। ਇਸ ਤਰ੍ਹਾਂ ਦੀਆਂ ਹੱਦਾਂ ਕਰੋ। ਪੁਰਾਣੀਆਂ ਫਿਲਮਾਂ ਚ ਜਿਹੜਾ ਧਰਮਿੰਦਰ ਹੋਰੀ ਵੀ ਦਾੜੀ ਪੂਰੀ ਵਾਲੇ ਦੇ ਜਿਹੜੇ ਜਾਲੀ ਪਾ ਕੇ ਤੇ ਉੱਤੇ ਸਿੱਖ ਰੂਪ ਪੇਸ਼ ਹੁੰਦੇ ਸੀ। ਅੱਜ ਤਾਂ ਸਿੱਖ ਦੇ ਸਿਰ ਤੇ ਦਸਤਾਰ ਹੀ ਨਹੀਂ ਹੁੰਦੀ। ਬਹੁਤ ਮਸਲੇ ਨੇ ਜਿਹਦਾ ਅਸੀਂ ਆਪਣੇ ਆਪ ਨੂੰ ਤਕੜੇ ਕਰਨਾ, ਜਿਹੜੀ ਅਸੀਂ ਆਪਣੀ ਇੱਕ ਵੱਖਰੀ ਪਹਿਚਾਣ ਕਾਇਮ ਰੱਖਣੀ ਹੈ। ਭਾਵੇਂ ਉਹ ਫਿਲਮ ਹੋਵੇ ਤੇ ਭਾਵੇਂ ਉਹ ਦੂਜੀ ਚੀਜ਼ ਹੋਵੇ, ਉਹਦੇ ਸਾਡੀ ਪ੍ਰੋਜੈਕਸ਼ਨ ਜਾਵੇ।
ਜੀ 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 ਉਹਨੇ ਬੜੀ ਵੱਡੀ ਸੇਵਾ ਕੀਤੀ ਹੈ ਕਰੋਨਾ ਦੇ ਵਿੱਚ। ਸਾਰੀ ਦੁਨੀਆ ਦੇ ਵਿੱਚ ਲੰਗਰ ਦੇ ਰਾਹੀਂ ਜਿਹੜਾ ਆਪਣੇ ਆਪ ਨੂੰ ਐਸਟੈਬਲਿਸ਼ ਕਰ ਦਿੱਤਾ। ਤੇ ਗੁਰੂ ਪਾਤਸ਼ਾਹ ਦਾ ਕੀ ਹੁਕਮ ਹੈ ਕਿ ਇਹ ਖਾਲਸਾ ਜਿਹੜਾ ਹੈ, ਹਾਂਜੀ, ਉਦੋਂ ਉਹਦੇ ਤੋਂ ਅਸ ਤੱਕ, ਚੜ੍ਹਦੇ ਤੋਂ ਲਹਿੰਦੇ ਤੱਕ ਰਾਜ ਕਰੇਗਾ। ਉਹ ਰਾਜ ਜਿਹੜਾ ਹੈ ਸਾਡਾ ਸਾਰੇ ਬ੍ਰਹਮੰਡ 'ਚ ਹੋ ਸਕਦਾ ਹੈ ਜੀ। ਹਲੇ ਤਾਂ ਅਸੀਂ ਇੱਕੋ ਹੀ ਪੱਤਾ ਸਿੱਟਿਆ ਲੰਗਰ ਵਾਲਾ, ਬਾਕੀ ਦੇ ਪੱਤੇ ਅਸੀਂ ਲੋਕਾਂ ਨੂੰ ਵਿਖਾਏ ਨਹੀਂ। ਰਾਈਟ ਹਾਂਜੀ, ਰਾਈਟ। ਇੱਕ ਅਕਾਲ ਦੇ ਪੁਜਾਰੀ ਹੈ। ਪਰ ਮਸਲਾ ਇਸ ਗੱਲ ਦਾ ਸਰਦਾਰ ਇਕਬਾਲ ਸਿੰਘ ਜੀ, ਜੇ ਮੈਂ ਇਹ ਸਮਝਾਂਗਾ ਕਿ ਸਾਡੇ ਹੈ ਇਸ ਜਗ੍ਹਾ ਦੇ ਉੱਤੇ, ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇਕਜੁੱਟਤਾ ਨਹੀਂ ਬਣਦੀ, ਤੇ ਇਕਜੁੱਟਤਾ ਕਿਤੇ ਵੀ ਵਿਦੇਸ਼ ਦੇ ਵਿੱਚ ਨਹੀਂ ਬਣਦੀ। ਹਰ ਇੱਕ ਆਦਮੀ ਆਪਣੀ ਹਾਊਮੈ ਨੂੰ ਪੱਠੇ ਪਾ ਰਿਹਾ ਹੈ। ਉਹ ਕਹਿੰਦਾ ਕਿ ਮੇਰੇ ਤੋਂ ਉੱਪਰ ਸੁਪਰੀਮ ਪਾਵਰ ਕੋਈ ਨਹੀਂ ਹੈ। ਮੈਂ ਅਮਰੀਕਾ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਕਿਸੇ ਵੀ ਬੰਦੇ ਨੂੰ ਆਪਣੀ ਤਾਕਤ ਦੇ ਨਾਲ ਜਿਹੜਾ ਉਹ ਪੈਰ ਥੱਲੇ ਦਰੜ ਦਵਾਂਗਾ। ਮੇਰੇ ਕੋਲ ਤਾਕਤ ਹੈ ਤੇ ਮੇਰੇ ਕੋਲ ਪਾਵਰ ਹੈ। ਜੇ ਕੌਮਾਂ ਦੇ ਵਿੱਚ ਇਹ ਇਕਜੁੱਟਤਾ ਹੀ ਨਹੀਂ ਬਣ ਸਕੀ, ਅੱਜ ਅਸੀਂ ਇੱਕ ਏਜੰਡੇ ਤੇ ਕੰਮ ਕਰਨ ਵਾਲੇ 17 ਗਰੁੱਪ ਬਣੇ ਹੋਏ ਆ, ਔਰ ਇਹੀ ਹਾਲ ਸਾਡਾ ਪੰਜਾਬ ਦੇ ਵਿੱਚ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਸਾਡੇ 17 ਗਰੁੱਪਾਂ ਦੇ ਸਾਹਮਣੇ ਤਾਂ ਜਿਹੜੇ ਦੋ ਸਾਡੇ ਵਿਰੋਧੀਆਂ ਦੇ ਗਰੁੱਪ ਹੈ, ਉਹੀ ਤਾਕਤਵਰ ਤੇ ਕਾਮਯਾਬ ਜਿਹੜੇ ਨੇ ਉਹ ਉੱਭਰਦੇ ਨੇ। ਨਹੀਂ ਤੇ ਰਵਨੀਤ ਸਿੰਘ ਬਿੱਟੂ ਸਿਰਫ ਆਹੀ 6 ਦਿਨ ਸਟੇਟਮੈਂਟਾਂ ਦਿੰਦਾ, ਹੋਰ ਉਹ ਕੋਈ ਕਿਸੇ ਦਿਨਾਂ ਦੇ ਵਿੱਚ ਸਟੇਟਮੈਂਟਾਂ ਨਹੀਂ ਦਿੰਦਾ। ਆ 6-7 ਦਿਨ ਉਹਨੇ ਇਦਾਂ ਦੀਆਂ ਅੱਗ ਲਾਉਣ ਵਾਲੀਆਂ ਲੁਧਿਆਣੇ 'ਚ ਬੈਠ ਕੇ ਸਰਕਟ ਹਾਊਸ 'ਚ ਸਟੇਟਮੈਂਟਾਂ ਦੇਣੀਆਂ ਹੁੰਦੀਆਂ। ਮੈਂ ਸਮਝਾਂਗਾ ਕਿ ਉਸ ਦੇ ਨਾਲ ਵੀ ਜਿਹੜਾ ਮਸਲਾ ਮਸਾਦ ਹੈ ਉਹ ਪੂਰੇ ਦਾ ਪੂਰਾ ਖਰਾਬ ਹੁੰਦਾ, ਜਦ ਕਿ ਉਹ ਵੀ ਇੱਕ ਸਿੱਖ ਹੈ, ਉਹਨੂੰ ਨਹੀਂ ਇਹ ਸਟੇਟਮੈਂਟਾਂ ਦੇਣੀਆਂ ਚਾਹੀਦੀਆਂ। ਦੇਖੋ ਜੀ, ਮੈਂ ਸਮਝਦਾ ਭੜਕਾਊ ਸਟੇਟਮੈਂਟਾਂ ਦੇਣ ਲਈ ਜੀ ਅਸੀਂ ਜਿਹੜੀ ਹੈ ਨਾ, ਇਹਨਾਂ ਦੇ ਖਿਲਾਫ ਕਦੇ ਕੋਈ ਐਕਸ਼ਨ ਨਹੀਂ ਲਿਆ। ਜੀ ਗੱਲ ਹੈ, ਅਸੀਂ ਉਹਨਾਂ ਨੂੰ ਸਿੱਖ ਮੰਨਦੇ ਹੀ ਕਿਉਂ ਹੈ? ਜਿਹੜਾ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਸੀ ਸਿੱਖੀ, ਦਾੜੀ ਬੰਨਣ ਨਾਲ, ਪਗੜੀ ਬੰਨਣ ਨਾਲ ਸਿੱਖ ਬਣ ਜਾਂਦਾ। ਮੈਂ ਕਹਿੰਦਾ ਅਨੇਕਾਂ, ਹੁਣ ਮੈਂ ਨਾਂ ਨਹੀਂ ਦੇਵਾਂਗਾ, ਅਨੇਕਾਂ ਜਿਹੜੇ ਡੇਰੇਦਾਰ ਹੈ, ਜਿਹੜੇ ਸਿੱਖ ਧਰਮ ਜੀ ਦੇ ਵਿਰੋਧੀ ਨੇ, ਰਾਮ ਰਹੀਮ ਵੀ ਦਾੜੀ ਕੇਸ ਰੱਖੀ ਬੈਠਾ ਸੀ। ਨਿਰੰਕਾਰੀ ਵੀ ਸਿਰ ਤੇ ਦਸਤਾਰ ਸਜਾਉਂਦੇ ਆ ਜੀ। ਹਾਂਜੀ, ਹੋਰ ਵੀ ਬਹੁਤ ਸਾਰੇ ਡੇਰਿਆਂ ਦੇ ਮੈਂ ਨਾਂ ਨਹੀਂ ਲਵਾਂਗਾ ਜਿਹੜੇ ਸਿਰਾਂ ਤੇ ਦਸਤਾਰਾਂ ਸਜਾਇਆ ਹੈ ਤੇ ਸਿੱਖੀ ਦਾ ਘਾਣ ਕਰਦੇ ਆ, ਸਿੱਖ ਦੇ ਅਸੂਲਾਂ ਦੀ ਬਾਤ ਕਰਦੇ ਆ। ਕੀ ਅਸੀਂ ਉਹਨਾਂ ਨੂੰ ਜਿਹੜੇ ਹੱਥ 'ਚ ਕਿਲੋ ਮੌਲੀਆਂ ਬੰਨੀਆਂ ਤੇ ਉਹ ਕਰਦਾ ਆਪਣਾ ਹਵਨ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਕਰਦੇ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਉਹਨਾਂ ਨੂੰ ਸਿੱਖ ਮੰਨ ਲਾਂਗੇ? ਇਹ ਜਿਹੜੀ ਪਹਿਚਾਣ ਹੈ ਜਿਹਨੂੰ ਅਸੀਂ ਲੋਕਾਂ 'ਚ ਪ੍ਰੋਜੈਕਟ ਕਰਨਾ ਚਾਹੁੰਦੇ ਹਾਂ ਜੀ, ਕੀ ਸਿੱਖ ਗੁਰੂ ਪਾਤਸ਼ਾਹ ਦਾ ਬਣਾਇਆ ਖਾਲਸਾ। ਹਾਂਜੀ, ਜਦੋਂ ਤੱਕ ਬੰਦੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਯਕੀਨ ਨਹੀਂ ਆਇਆ, ਕਿਉਂਕਿ ਗੁਰਬਾਣੀ ਦਾ ਇੱਕ ਸਿਧਾਂਤ ਹੈ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਜ ਕੀਤਾ ਹੋਇਆ ਜੀ ਕਿ ਦਿਖਿਆ ਆਖ ਬੁਝਾਇਆ ਸਿਫਤੀ ਸੱਚ ਚਮਿਓ, ਤਿੰਨ ਕੋ ਕਿਆ ਉਪਦੇਸੀਆ ਜਨ ਗੁਰੂ ਨਾਨਕ ਦੇਵ। ਮੈਨੂੰ ਇੱਕ ਦਿਨ ਇੱਕ ਬੰਦਾ ਕਹਿਣ ਲੱਗਾ ਜੀ ਤੁਸੀਂ ਫਲਾਣਾ ਧਰਮ ਪੜ੍ਹਿਆ ਜੀ? ਮੈਂ ਪੜ੍ਹਿਆ ਤਾਂ ਸੀਗਾ। ਉਹ ਮੈਂ ਕਿਹਾ ਯਾਰ ਮੈਂ ਤਾਂ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਨਿਕਲਿਆ। ਮੈਨੂੰ ਹੁਕਮ ਹੈ ਮੇਰੇ ਗੁਰੂ ਦਾ ਕਿ ਆਪਣੇ ਗੁਰੂ ਤੋਂ ਬਾਹਰ ਨਹੀਂ ਜਾਣਾ। ਤੁਸੀਂ ਕੀ ਕਹਾਣੀਆਂ ਸੁਣਾਉਂਦੇ ਹੋ? ਮੈਂ ਤਾਂ ਗੁਰੂ ਨਾਨਕ, ਮੈਂ ਇੱਕ ਮਸਲੇ ਸਰਦਾਰ ਸਾਹਿਬ ਮੈਂ ਹੋਰ ਦੇ ਉੱਤੇ ਗੱਲ ਕਰਨੀ ਸੀ, ਕਿਉਂਕਿ ਉਹ ਵੀ ਇੱਕ ਬਹੁਤ ਭਖਦਾ ਜਿਹੜਾ ਮਸਲਾ ਹੈ ਅੱਜ ਵਿਦੇਸ਼ ਦੀ ਧਰਤੀ ਦਾ ਬਣਿਆ ਹੋਇਆ ਹੈ। ਮਸਲਾ ਇਸ ਗੱਲ ਦਾ ਕਿ ਜਦੋਂ ਅਸੀਂ ਪੁਰਾਤਨ ਜਿਹੜੇ ਸਾਡੇ ਸਰੂਪ ਨੇ ਉਹਨਾਂ ਦਾ ਦਾਹ ਸੰਸਕਾਰ ਵੀ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਮਤਲਬ ਉੱਭਰਦੀ ਗੱਲ ਆਈ ਕਿ ਜਿਹੜੀ ਤਬਦੀਲੀ ਕੀਤੀ ਹੋਈ ਹੈ, ਜਿਹੜੇ ਗੁਟਕਾ ਸਾਹਿਬ ਨੇ ਜਾਂ ਜਿਹੜੀਆਂ ਪੋਥੀਆਂ ਨੇ, ਉਹਨਾਂ ਦੇ ਵਿੱਚ ਕਾਫੀ ਤਬਦੀਲੀਆਂ ਹੋਈਆਂ। ਕੀ ਇਸ ਤਰ੍ਹਾਂ ਦਾ ਸ਼ੰਕਾ ਪ੍ਰਗਟ ਕੀਤਾ ਜਾ ਸਕਦਾ ਹੈ ਜਾਂ ਇਸ ਤਰ੍ਹਾਂ ਦਾ ਸ਼ੰਕਾ ਪ੍ਰਗਟ ਨਹੀਂ ਕੀਤਾ ਜਾ ਸਕਦਾ? ਕਿਉਂਕਿ ਅਕਸਰ ਹੀ ਮੈਂ ਸਮਝਾਂਗਾ ਕਿ ਜਿਹੜੀਆਂ ਪੁਰਾਤਨ ਪੋਥੀਆਂ ਹੁੰਦੀਆਂ ਉਹਨਾਂ ਤੋਂ ਇੱਕ ਵਾਰੀ ਰਿਵਾਈਜ਼ ਕੀਤਾ ਜਾਂਦਾ, ਦੇਖਿਆ ਜਾਂਦਾ। ਇਹਦੇ ਉੱਤੇ ਤੁਹਾਡੀ ਕੀ ਵਿਚਾਰਧਾਰਾ ਹੈਗੀ ਹੈ, ਕਿਉਂਕਿ ਤੁਸੀਂ ਬਹੁਤ ਕਲੋਜ਼ਲੀ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਦੇਖਿਆ? ਦੇਖੋ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਆਪਾਂ ਗੱਲ ਕਰਦੇ ਆ ਨਾ ਜੀ, ਤੇ ਦੋ ਗੁਰੂ ਸਾਹਿਬਾਨ ਦਾ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਜੀ। ਇੱਕ ਹੈ ਪੰਚਮ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹਦੀ ਇਸ ਸਰੂਪ ਦੀ ਸੰਪਾਦਨਾ ਰਚਨਾ ਕੀਤੀ ਜੀ ਜੀ ਜੀ। ਉਹਨਾਂ ਦੀ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਹੈ ਜੀ। ਤੇ ਜੇਕਰ ਉਹਨਾਂ ਨੇ
ਕੋਈ ਸਾਨੂੰ ਵੱਖਰੀ ਹਦਾਇਤ ਦੇਣੀ ਹੁੰਦੀ ਤਾਂ ਉਹ ਬੜੇ ਵੱਡੇ ਜਿਹੜੇ ਆ ਨਾ ਆਪ ਕਲਮ ਦੇ ਧਨੀ ਸੀ, ਸਾਡੇ ਲਈ ਕੁਝ ਹਦਾਇਤ ਦੇ ਜਾਂਦੇ ਜੀ। ਇੱਕ ਤਾਂ ਗੱਲ ਹੈ। ਦੂਜੀ ਗੱਲ ਹੈ ਕਿ ਦਸਮ ਪਾਤਸ਼ਾਹ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਜਿਹੜੀ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿਕਾ ਦਿੱਤੀ। ਉਹਨਾਂ ਦੀਆਂ ਵੀ ਲਿਖਤਾਂ ਬਾਣੀਆਂ ਕਲਮ ਦੇ ਧਨੀ ਸੀ। ਹਾਂਜੀ, ਉਹਨਾਂ ਤੋਂ ਉੱਤੇ ਕੋਈ ਹੋਰ ਜਿਹੜਾ ਨਾ ਉਹ ਗਿਆਨਵਾਨ ਵਿਅਕਤੀ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ, ਵਿਅਕਤੀ ਨਹੀਂ, ਮੈਂ ਤਾਂ ਕਹਿੰਦਾ ਕਿ ਰੱਬ ਦਾ ਰੂਪ ਸੀਗੇ। ਤੇ ਲੇਕਿਨ ਉਹਨਾਂ ਨੇ ਵੀ ਕੋਈ ਐਸੀ ਹਦਾਇਤ ਇਹਦੇ ਚ ਦਰਜ ਨਹੀਂ ਕੀਤੀ। ਜੀ 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 ਜੀ। ਜਿਹੜੀਆਂ ਬਾਣੀਆਂ ਸਾਡੀਆਂ ਹੈਗੀਆਂ ਜਿਹੜੀ ਹੈ ਜਪਜੀ ਸਾਹਿਬ ਹੈ, ਤਰਤੀਬ ਨਾਲ ਗੁਰੂ ਸਾਹਿਬ ਨੇ ਦਰਜ ਕੀਤੀਆਂ ਤੇ ਰਹਿ ਰਾਸ ਤਰਤੀਬ ਨਾਲ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜੀ ਜੀ ਜੀ। ਸਾਹਿਬ ਤਰਤੀਬ ਨਾਲ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਹਿਲੀਆਂ ਬਾਣੀਆਂ। ਰਾਈਟ ਰਾਈਟ ਰਾਈਟ। ਅਰਦਾਸ ਦੇ ਬਾਰੇ ਗੁਰੂ ਜਗ੍ਹਾ 'ਚ ਬਾਰ-ਬਾਰ ਜ਼ਿਕਰ ਹੈਗਾ ਜੀ। ਸੋ ਅਸੀਂ ਨਾ ਮੈਂ ਸਮਝਦਾ ਕਿ ਗੁਰੂ ਕਾਲ ਦੀ ਜਿਵੇਂ ਆਪ ਜੀ ਕਰਦੇ ਹੋ, ਇਹਨਾਂ ਨੂੰ ਲੈਟ ਅਸ ਗੋ ਬੈਕ ਟੂ ਦੀ ਗੁਰੂ ਏਰਾ। ਉੱਥੋਂ ਜਾ ਕੇ ਜੋ ਗੁਰੂ ਸਾਹਿਬਾਨ ਨੇ ਕੀਤਾ ਅਸੀਂ ਉਹਨੂੰ ਮੰਨੀਏ। ਮੈਂ ਤਾਂ ਸਮਝਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਦਾ ਕੋਈ ਜਾਣਾ, ਮੈਂ ਸਮਝਦਾ ਗਿਆਨ ਹਾਸਲ ਜ਼ਰੂਰ ਹੋਣਾ ਚਾਹੀਦਾ। ਰਾਈਟ ਰਾਈਟ ਰਾਈਟ। ਪਹਿਲੀ ਗੱਲ ਹੈ ਕਿ ਆਪਣੇ ਇਸ਼ਟ ਦੇ ਮੁਤਾਬਕ ਚੱਲੋ। ਜੀ 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 ਜੀ। ਕਿਸੇ ਜਗ੍ਹਾ ਕਨਫਿਊਜ਼ ਨਾ ਹੋ। ਜਿਹੜੇ ਗੁਰੂ ਸਾਹਿਬਾਨ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ ਨਾ, ਉਹਨਾਂ ਨੇ ਤਿੰਨੇ ਗੱਲਾਂ ਕੀਤੀਆਂ ਸੀਗਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਗੱਲ ਹੀ ਨਹੀਂ ਹੈ, ਹੋਰ ਕੁਝ ਨਹੀਂ ਹੈ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾਣਾ ਹੀ ਨਹੀਂ। ਮੇਰਾ ਖਿਆਲ ਹੈ ਕਿ ਜਦੋਂ ਅਸੀਂ ਬਾਹਰ ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਉਦੋਂ ਅੱਜ ਵੀ ਜਿਸ ਢੰਗ ਦੇ ਨਾਲ ਭਾਈ ਸਾਹਿਬ ਤੁਸੀਂ ਆਪ ਸਿਆੜੇ ਹੋ, ਸੋਸ਼ਲ ਨੈਟਵਰਕ ਦੇ ਉੱਤੇ ਤੁਸੀਂ ਦੇਖ ਰਹੇ ਹੋਣੇ ਆ ਕਿ ਸਾਡੇ ਕਿੰਨੇ ਕੁ ਪ੍ਰਚਾਰਕ ਜਿਹੜੇ ਨੇ ਉਹ ਆਪਣੋਂ ਆਪਣੇ ਪਾਸੇ ਲੱਗ ਕੇ ਮਤਲਬ ਇੱਕ ਦੂਜੇ ਦਾ ਅਪਮਾਨ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕਰ ਰਹੇ ਨੇ। ਔਰ ਉਹ ਭਾਸ਼ਾ ਤੇ ਉਹ ਸ਼ਬਦਾਵਲੀ ਜਿਹੜੀ ਹੈ ਉਹ ਮੇਰਾ ਖਿਆਲ ਹੈ ਕਿ ਉਹ ਸੁਣਨ ਲਾਇਕ ਵੀ ਨਹੀਂ ਹੈ। ਜਿਸ ਢੰਗ ਦਾ ਪ੍ਰਚਾਰ ਜਿਹੜਾ ਹੈ ਉਹ ਇੱਕ ਦੂਜੇ ਦੇ ਖਿਲਾਫ ਕਰ ਰਹੇ ਨੇ। ਤੇ ਮੇਰਾ ਖਿਆਲ ਹੈ ਜੇ ਸਾਰੇ ਰਲ ਕੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਲੱਪਣ ਇਕੱਲੇ ਦਾ, ਤੇ ਮੇਰਾ ਖਿਆਲ ਹੈ ਕਿ ਉਹ ਬੜਾ ਕੁਝ ਸਾਨੂੰ ਜਿਹੜਾ ਹੈ ਉਹ ਹਾਸਲ ਹੋ ਸਕਦਾ ਹੈ। ਬਿਲਕੁਲ ਜੀ, ਇਹੀ ਵਿਧੀ ਇਹ ਹੈ ਕਿ ਗੁਰੂ ਪਾਤਸ਼ਾਹ ਨੇ ਇੱਕ ਵਿਧੀ ਪ੍ਰਚਾਰ ਪ੍ਰਸਾਰ ਦੀ ਦਰਜ ਕੀਤੀ ਹੈ। ਜੀ 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 ਜੀ। ਪਾਰਸ ਪਰਸੀ ਹੈ, ਪਾਰਸ ਹੋਏ ਜਾ ਤੇਰੇ ਮਨ ਪਾਲੇ। ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਤੇ ਚੱਲਿਆ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜਿਹੜਾ ਗੁਰਬਾਣੀ ਬਣ ਗਿਆ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਨਿੰਦਾ ਭਲੀ ਕਾਹੂ ਕੀ ਲਾਈ। ਹਾਂਜੀ, ਫਿਰ ਨਿੰਦਾ ਕਿਉਂ? ਜੀ 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 ਜੀ। ਗੱਲ ਇਹ ਹੈ ਕਿ ਤੁਹਾਡੇ ਅੰਦਰੋਂ ਗੁਰਬਾਣੀ ਪ੍ਰਗਟ ਹੋਣੀ ਚਾਹੀਦੀ ਹੈ। ਪ੍ਰਗਟ ਹੋਣੀ ਚਾਹੀਦੀ। ਜਿਹਦੇ ਅੰਦਰੋਂ ਗੁਰਬਾਣੀ ਪ੍ਰਗਟ ਹੋਏਗੀ ਹੈ ਉਹ ਦੂਜੇ ਬੰਦੇ ਨੂੰ ਵੀ ਗੁਰਬਾਣੀ ਨਾਲ ਆਪਣੇ ਆਪ ਹੀ ਜੋੜ ਲਏਗਾ ਤੇ ਉਹਦੇ ਅੰਦਰੋਂ ਗੁਰਬਾਣੀ ਪ੍ਰਗਟ ਹੋ ਜਾਏ। ਇਹ ਵਿਧੀ ਹੈ ਗੁਰੂ ਸਾਹਿਬ ਨੇ ਦਰਜ ਕੀਤੀ ਹੈ ਅਨੇਕਾਂ ਥਾਂ। ਔਰ ਮੇਰਾ ਖਿਆਲ ਹੈ ਕਿ ਇਸ ਵਿਧੀ ਵਿਧਾਨ ਦੇ ਨਾਲ ਤੇ ਮੇਰਾ ਖਿਆਲ ਹੈ ਕਿ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ। ਔਰ ਜਿਸ ਤਰ੍ਹਾਂ ਦੇ ਅੱਜ ਦੀ ਤਰੀਕ ਦੇ ਵਿੱਚ ਜੀ 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 ਅੱਜ ਦੀ ਤਰੀਕ ਦੇ ਵਿੱਚ ਉਪਜਦੇ ਵੀ ਨੇ, ਸਾਡੇ ਧਾਰਮਿਕ ਆਗੂਆਂ ਵੱਲੋਂ ਵੀ ਮਸਲੇ ਉਪਜਦੇ ਨੇ। ਦੇਖੋ ਗੱਲ ਇਹ ਕਿ ਜੇ ਅਸੀਂ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਤੇ ਤਨਖਾਹਨਾਮਾ ਪੜ੍ਹ ਲਈਏ ਨਾ ਤੇ ਸਾਡੀਆਂ ਸੋਸ਼ਲ ਜਿੰਨੀਆਂ ਸਮੱਸਿਆਵਾਂ ਆ ਉਹਦੇ ਬਾਰੇ ਗਿਆਨ ਸਾਨੂੰ ਮਿਲ ਜਾਂਦਾ। ਜੇ ਅਸੀਂ ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਜਿਹੜੇ ਮਹਾਨ ਲਿਖਾਰੀ ਹੋਏ ਆ, ਭਾਈ ਗੁਰਦਾਸ ਜੀ ਹੋਏ ਆ ਜੀ, ਭਾਈ ਨੰਦ ਲਾਲ ਜੀ ਹੋਏ ਆ ਜੀ, ਗੁਰੂ ਪਾਤਸ਼ਾਹ ਦੀਆਂ ਆਪਣੀਆਂ ਲਿਖਤਾਂ ਅਸੀਂ ਉਹਨਾਂ ਦੇ ਰਾਹੀਂ ਕਿਉਂ ਨਹੀਂ ਕਰਦੇ? ਸਾਨੂੰ ਕੋਈ ਨਵੇਂ ਰਹਿਤਨਾਮੇ ਤੇ ਦੂਜੇ ਬਣਾਉਣ ਦੀ ਲੋੜ ਹੈ ਕਿ ਅਸੀਂ ਉਹ ਲੋਕਾਂ 'ਚ ਪ੍ਰਗਟ ਕਰ ਦਈਏ। ਲੋਕ ਆਪੇ ਵੇਖ ਲੈਣ ਵੀ ਭਾਈ ਸਿੱਖਾਂ ਦਾ ਮਸਲਾ ਸਿੱਖਾਂ 'ਚ ਮੁੱਕਣਾ, ਸਿੱਖਾਂ ਦਾ ਮਸਲਾ ਸਿੱਖਾਂ ਕਚਹਿਰੀ ਜਾਂਦਾ ਉਹ ਤਨਖਾਹੀਆ। ਬਿਲਕੁਲ 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 ਬਿਲਕੁਲ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਸਾਡੇ ਜੀ 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 ਤੁਸੀਂ ਅਖੀਰ 'ਚ ਕੀ ਕਹਿਣਾ ਚਾਹੋਗੇ? ਨਹੀਂ, ਮੈਂ ਤਾਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਸੀਰੀਅਸ ਮਸਲੇ ਨੇ ਜੀ, ਇਹਨਾਂ ਨੂੰ ਕੌਮੀ ਤੌਰ ਤੇ ਬਹਿ ਕੇ ਜਿੱਥੇ ਵੀ ਕਿਤੇ ਮੈਂ ਸਮਝਦਾ ਜਿਹੜੀ ਸਾਡੀ ਕੌਮ ਹੈ ਨਾ ਜੀ ਆਪਣੀ ਵਿਚਾਰ ਹੈ, ਕੋਈ ਕਿਸੇ ਦਾ ਨਹੀਂ ਜੀ। ਤੇ ਹਰ 1 ਲੱਖ ਦੇ ਉੱਤੇ ਇੱਕ ਸਿੰਘ ਇਲੈਕਟ ਹੋਣਾ ਚਾਹੀਦਾ। ਜੇ ਤੁਸੀਂ 10 ਲੱਖ ਹੈਗੇ ਹੋ ਅਮਰੀਕਾ ਦੇ 10 ਸਿੰਘ ਜਿਹੜੇ ਆ ਉਹ ਕਮੇਟੀ ਪੈਣੇ ਚਾਹੀਦੇ ਆ। ਇੱਕ ਸਾਂਝਾ ਜਿਹੜਾ ਪਲੇਟਫਾਰਮ ਬਣਨਾ ਚਾਹੀਦਾ ਜਿਹਦੇ ਵਿੱਚ ਬਹਿ ਕੇ ਕੌਮੀ ਫੈਸਲੇ ਹੋਣ, ਉਹ ਵੀ ਪੂਰੀ ਡਿਸਕਸ਼ਨ ਦਾ ਜਿਹੜੇ ਹਾਂਜੀ ਜਿਹੜੇ ਵਿਦਵਾਨ ਹੈਗੇ ਆ ਜਿਹਨਾਂ ਨੂੰ ਸਮਝਿਆ
ਉਹਨਾਂ ਤੋਂ ਲੈ ਕੇ ਫਿਰ ਲੀਗਲ ਆਸਪੈਕਟ ਦੇਖਣਾ ਪੈਂਦਾ, ਫਿਰ ਫੋਰਨ ਦੇ ਵਿੱਚ ਇਹਦਾ ਕੀ ਅਸਰ ਹੋਏਗਾ। ਕੋਈ ਫੋਰਨ ਦੇ ਰਿਟਾਇਰਡ ਜਿਹੜੇ ਇੰਡੀਅਨ ਫੋਰਨ ਸਰਵਿਸ ਦੇ ਆ ਜਾਂ ਵਿਦੇਸ਼ਾਂ ਦੇ ਵਿੱਚ ਸਾਡੇ ਬੈਠੇ ਆ ਜਿਹੜੇ ਅੱਜ ਤੱਕ ਮੰਤਰੀ ਬਣ ਗਏ, ਬੈਂਸ ਸਾਹਿਬ ਬਣ ਗਏ, ਜਾਂ ਕੈਨੇਡਾ ਦੇ ਵਿੱਚ ਸਾਜਨ ਸਾਹਿਬ ਬਣ ਗਏ, ਹਰਜੀਤ ਸਿੰਘ ਹੋਰੀ, ਇਹਨਾਂ ਲੋਕਾਂ ਦੀ ਕਿਉਂ ਨਹੀਂ ਅਸੀਂ ਮਦਦ ਲੈਂਦੇ? ਇਹਨਾਂ ਦਾ ਗਿਆਨ ਲਈਏ ਤੇ ਅਸੀਂ ਜਾ ਕੇ ਉਹ ਸਾਰੀ ਕਮੇਟੀ ਬੈਠ ਕੇ ਫੈਸਲਾ ਕਮੇਟੀ ਬੈਠ ਕੇ ਸਿੱਖਾਂ ਨੇ ਉੱਚੇ ਸਥਾਨ ਪ੍ਰਾਪਤ। ਮਤਲਬ ਮਸਲਾ ਅਖੀਰ ਦੇ ਉੱਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਸਿੱਖ ਸਮੱਸਿਆਵਾਂ ਜਿਹੜੀਆਂ ਨੇ ਉਹ ਸਿਰ ਜੋੜ ਕੇ ਹੀ ਜਿਹੜੀਆਂ ਨੇ ਉਹ ਮਸਲੇ ਹੱਲ ਹੋਣੇ ਨੇ। ਉਹ ਸਿਰ ਜੋੜੇ ਤੋਂ ਬਿਨਾ ਮਸਲੇ ਹੱਲ ਨਹੀਂ ਹੋਣੇ। ਅੱਜ ਜਿੰਨੇ ਮਰਜ਼ੀ ਤੋੜ ਵਿਛੋੜੇ ਕਰੀ ਜਾਈਏ, ਔਰ ਮੈਂ ਇਹ ਸਮਝਦਾ ਕਿ ਹਰ ਸਾਲ ਘੱਲੂਘਰ ਵਾਲੇ ਦਿਨ ਵੀ ਕਿਸ ਢੰਗ ਦੇ ਨਾਲ ਤਲਵਾਰਾਂ ਵੀ ਲਹਿਰਾਈਆਂ ਜਾਂਦੀਆਂ ਨੇ, ਸਭ ਕੁਝ ਕੀਤਾ ਜਾਂਦਾ ਹੈ, ਔਰ ਉਹ ਮਸਲੇ ਜਿਹੜੇ ਨੇ ਉਹ ਕੋਈ ਵਾਜਬ ਜਿਹੜੇ ਆ ਉਹ ਭਾਅ ਵਾਲੇ ਮਸਲੇ ਨਹੀਂ ਹੁੰਦੇ ਜੀ। ਠੀਕ ਹੈ ਕਿ ਨਹੀਂ ਜੀ? ਮੈਂ ਇੱਕ ਗੱਲ ਯਾਰ ਸਾਹਿਬ ਜ਼ਰੂਰ ਕਹਿਣੀ ਹੈ ਜੀ, ਇਹਦਾ ਤੁਹਾਡਾ ਸਮਾਂ ਲੈ ਰਿਹਾ ਜੀ 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 ਇੰਨੀ ਹੈ ਜੀ ਕਿ ਹਰ ਸਾਲ ਪੁਲਿਸ ਨੂੰ ਅਸੀਂ ਇਨਵਾਈਟ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਵਾਸਤੇ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੀਆਂ ਪੱਗਾਂ ਲਾਉਣ ਵਾਸਤੇ ਤੇ ਧੱਕੇ ਮਾਰਨ ਵਾਸਤੇ। ਬਿਲਕੁਲ ਮੈਂ ਸਮਝਦਾ ਵੀ ਜਦੋਂ ਇਹ ਘੱਲੂਘਾਰਾ ਦਿਵਸ ਜਾਂ ਕੋਈ ਵੀ ਦਿਵਸ ਮਨਾਇਆ ਜਾਂਦਾ ਹੈ ਜੀ ਜੀ ਜਥੇਦਾਰ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਹੈ ਜੀ ਕਿ ਇੱਕ ਉਸ ਵੇਲੇ ਜਿਹੜੀ ਹੈ ਨਾ ਇੱਕ ਪਹਿਲਾ ਮੀਟਿੰਗ ਹਫਤਾ 10 ਦਿਨ ਮੰਦਰ ਕਾਲ ਕਰੋ, ਸਾਰੇ ਸਿੱਖ ਜਿਹੜੇ ਸੰਬੰਧਿਤ ਆਗੂ ਦੇ ਉਹ ਸਾਡੇ ਆਉਣ, ਕਿਸੇ ਨੂੰ ਧੱਕਾ ਨਾ ਪੁਲਿਸ ਮਾਰ ਸਕੇ, ਤੇ ਅਸੀਂ ਇੱਕ ਸਿਸਟ ਬਣਾਓ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਜੀ ਪੁਲਿਸ ਦੇ ਅਧਿਕਾਰੀ, ਫੌਜ ਦੇ ਅਧਿਕਾਰੀ ਮੱਥਾ ਟੇਕਣ ਤਾਂ ਜ਼ਰੂਰ ਆਉਣ। ਕੋਈ ਸਾਨੂੰ ਚੰਗੀ ਗੱਲ ਹੈ ਜੇ ਆ ਕੇ ਸਾਡੇ ਚ ਮਿਲਦੇ ਆ ਜੀ ਜੀ, ਲੇਕਿਨ ਉਹ ਸਾਨੂੰ ਧੱਕੇ ਮਾਰਨ ਨਾ ਆਉਣ, ਰਾਈਟ ਅਮਨ ਕਾਨੂੰਨ ਸਿਖਾਉਣ ਨਾ ਆਉਣ। ਇਹ ਜ਼ਰੂਰ ਇਹਦੇ ਲਈ ਜੱਜ ਸਾਹਿਬਾਨ ਨੂੰ ਕੁਝ ਉਦਮ ਕਰਨਾ ਚਾਹੀਦਾ ਵੀ ਅਗਲੀ ਵਾਰੀ ਜੀ ਐਸਾ ਕੋਈ ਮਾਹੌਲ ਨਾ ਬਣੇ। ਬਿਲਕੁਲ ਬਿਲकुल ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਅਲਫਾਜ਼ ਨਹੀਂ ਹੈ। ਦੋਸਤੋ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ 5167557776 ਦੇ ਉੱਤੇ, 516-755-7776 ਦੇ ਉੱਤੇ ਸਾਨੂੰ ਕਾਲ ਕਰ ਸਕਦੇ ਹੋ। ਤੁਹਾਡੇ ਬਹੁਤ ਮੈਸੇਜ ਆਏ ਹੋਏ ਨੇ, ਮੈਂ ਮੈਸੇਜ ਵੀ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਾਂਗਾ ਜਿੰਨੇ ਕਿ ਮੇਰੇ ਕੋਲੋਂ ਪੜ੍ਹ ਹੋਏ, ਪਰ ਅਸੀਂ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। This program is sponsored by Arlington Fuel Stop, Balbir Singh, Osmanpur. Fuel 1 Edison Fuel Stop, Jabbar Singh, Garewal. And Venko Truck and Auto Plaza, Balkeet Singh, Boparai. 501 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਰਾਤ ਨੂੰ ਮਾਵਾਂ ਦੇ ਗੋਡੇ ਮੁੱਢ ਬੈਠ ਕੇ ਤਾਰਿਆਂ ਦੇ ਵਿੱਚੋਂ ਸੁਪਨੇ ਲੱਭਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਜ਼ਿੰਦਗੀ ਦੇ ਅਰਮਾਨਾਂ ਨੂੰ ਚੰਨ ਦੀ ਰੌਸ਼ਨੀ ਦੇ ਵਿੱਚੋਂ ਲੱਭਿਆ, ਜਿਹੜੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਠਰੇ ਵੀ ਤੇ ਜੇਠ ਹਾੜ ਦੀਆਂ ਰਾਤਾਂ ਦੇ ਵਿੱਚ ਤਪੇ ਵੀ, ਪਰ ਜ਼ਿੰਦਗੀ ਦੀ ਜੱਦੋ-ਜਹਿਦ ਦੇ ਨਾਲ ਆਪਣੀਆਂ ਸੱਧਰਾਂ ਨੂੰ ਵਿਆਹਿਆ। ਉਹਨਾਂ ਦੀ ਕਹਾਣੀ ਲੈ ਕੇ ਹਾਜ਼ਰ ਹਾਂ। ਹਨੇਰੇ ਚੋਂ ਉੱਗੇ ਲੋਕ ਵੇਖਣਾ ਨਾ ਭੁੱਲਣਾ। ਮੇਰੇ ਨਾਲ ਹਰ ਸ਼ਨੀਵਾਰ ਅਤੇ ਐਤਵਾਰ ਪ੍ਰੋਗਰਾਮ ਹਨੇਰੇ ਚੋਂ ਉੱਗੇ ਲੋਕ। ਮੇਰਾ ਇਹ ਸੁਨੇਹਾ ਉਹਨਾਂ ਲਈ ਹੈ ਜੋ ਪੰਜਾਬ ਵਾਸਤੇ ਦਰਦ ਰੱਖਦੇ ਨੇ, ਜਿਹੜੇ ਪੰਜਾਬ ਬਾਰੇ ਚਿੰਤਿਤ ਹਨ। ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਪੰਜਾਬ ਇੱਕ ਚੁਰਾਹੇ ਤੇ ਖੜਾ ਹੈ, ਤਿੰਨ ਪਾਸਿਓਂ ਆਪਣਾ ਸੂਬਾ ਘਿਰਿਆ ਹੋਇਆ ਹੈ।
ਇੱਕ ਪਾਸਿਓਂ ਨਸ਼ੇ ਨਾਲ, ਦੂਜੇ ਤਰਫੋਂ ਭ੍ਰਿਸ਼ਟਾਚਾਰ ਅਤੇ ਤੀਜੇ ਪਾਸਿਓਂ ਸਿਆਸੀ ਧਿਰਾਂ ਦੀ ਅਣਗਹਿਲੀ ਨਾਲ। ਭਾਵੇਂ ਚੌਥਾ ਰਸਤਾ ਵੀ ਕੁਝ ਧੁੰਦਲਾ ਨਜ਼ਰ ਆਉਂਦਾ ਹੈ, ਪਰ ਉੱਥੇ ਇੱਕ ਆਸ ਦੀ ਕਿਰਨ ਵੀ ਦਿਸਦੀ ਹੈ। ਆਪਾਂ ਇਸ ਆਸ ਦੀ ਕਿਰਨ ਨੂੰ ਅੱਗੇ ਵਧਾਉਣਾ ਹੈ, ਇੱਕ ਨਵਾਂ ਵਰਕਾ ਫੁੱਲਣਾ ਹੈ ਅਤੇ ਇਸ ਲਈ ਅਸੀਂ ਲੈ ਕੇ ਆ ਰਹੇ ਹਾਂ ਇੱਕ ਲਾਈਵ ਸ਼ੋਅ। ਇਸ 'ਚ ਅਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਗੱਲ ਕਰਾਂਗੇ, ਪਾਰਟੀਆਂ ਤੋਂ ਉੱਪਰ ਉੱਠ ਕੇ ਵਿਚਾਰ ਸਾਂਝੇ ਕਰਾਂਗੇ। ਹੋਣਗੇ ਤੁਹਾਡੇ ਸਵਾਲ, ਮੇਰੇ ਜਵਾਬ। ਮੇਰੇ ਨਾਲ ਜੁੜਨਾ ਨਾ ਭੁੱਲਣਾ, ਮੈਨੂੰ ਤੁਹਾਡਾ ਇੰਤਜ਼ਾਰ ਰਹੂਗਾ। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈੱਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call Gurmeet Malli। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। This program is sponsored by Arlington Fuel Stop, Balbir Singh, Osmanpur. Fuel 1 Edison Fuel Stop, Jabbar Singh, Garewal. And Venko Truck and Auto Plaza, Balkeet Singh, Boparai. ਸੋ ਮੁੜਵਾਜ਼ ਦੀ ਪ੍ਰਵਾਜ਼ ਦੇ ਨਾਲ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਕਾਫੀ ਸਾਡੇ ਸੱਜਣ ਜਿਹੜੇ ਨੇ ਉਹ ਸਾਡੇ ਨਾਲ ਫੇਸਬੁੱਕ ਦੇ ਉੱਤੇ ਵੀ ਜੁੜੇ ਹੋਏ ਨੇ। ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਦਾ ਜ਼ਿਕਰ ਵੀ ਕਰਨ ਦੀ, ਔਰ ਸਾਡੇ ਨਾਲ ਲਾਈਨ ਦੇ ਉੱਤੇ ਵੀ ਜੁੜ ਚੁੱਕੇ ਨੇ ਸਾਡੇ ਸੱਜਣ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਹਾਂਜੀ ਹਾਂਜੀ, ਪ੍ਰੇਮਪੁਰਾ ਸਾਹਿਬ ਕੀ ਕਹੋਗੇ? ਬਾਜ ਟੀਵੀ ਵਾਲੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਔਰ ਤੁਸੀਂ ਧੰਨਤਾ ਦੇ ਯੋਗ ਹੋ ਜਿਹੜੇ ਸਾਡੇ ਬੜੇ ਸੂਝਵਾਨ ਸੱਜਣ ਨੂੰ ਤੁਸੀਂ ਲਿਆਂਦਾ ਨਾਲ। ਜੀ ਜੀ, ਇਹਨਾਂ ਬੜੇ ਭੁਲੇਖੇ ਕੱਢੇ ਨੇ, ਔਰ ਸਾਰੇ ਕੀ ਦੱਸੀਏ ਤੁਹਾਨੂੰ, 78 ਤੋਂ ਲੈ ਕੇ ਮੂਵੀ ਵੇਖ ਰਿਹਾ ਹਾਂ, 42 ਸਾਲ ਹੋ ਗਏ ਨੇ। ਜੀ 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 ਜੀ, ਤੇ 65 ਸਾਲ ਦੀ ਉਮਰ ਹੋ ਗਈ ਹੈ। ਏਕਤਾ ਨਹੀਂ ਸਾਡੀ ਹੋ ਰਹੀ, ਸਗਾ ਵਖਰੇਵੇਂ ਵੱਧ ਰਿਹਾ। ਵਖਰੇਵੇਂ ਵੱਧ ਰਿਹਾ। ਵਖਰੇਵਿਆਂ ਦਾ ਬਹੁਤ ਜੰਜਾਲ ਹੈ, ਬਹੁਤ ਜ਼ਿਆਦਾ ਵਖਰੇਵੇਂ ਤੇ ਤੁਸੀਂ ਗੱਲ ਹੀ ਛੱਡ ਦਿਓ। ਵਖਰੇਵੇਂ ਤੇ ਅਸੀਂ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ, ਅਸੀਂ ਕਿਸੇ ਦਾ ਤਰਕ ਸੁਣ ਕੇ ਰਾਜੀ ਨਹੀਂ ਹੈ। ਅਸੀਂ ਜਿਹੜਾ ਵੀ ਮੋਢੇ ਤੇ ਝੋਲਾ ਧਰ ਲੈਂਦਾ ਉਹ ਕਹਿੰਦਾ ਬਸ ਮੈਂ ਹੀ ਮੁੱਖ ਮੰਤਰੀ ਆ, ਮੈਂ ਹੀ ਹਰ ਇੱਕ ਚੀਜ਼ ਦਾ ਪ੍ਰੈਜ਼ੀਡੈਂਟ ਆ, ਮੈਂ ਹੀ ਸਾਰਾ ਕੁਝ ਆ। ਮੈਂ ਨਹੀਂ ਤੇ ਕੁਝ ਵੀ ਨਹੀਂ। ਕੁਝ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਵੀ ਜਿਹਦੇ ਕੋਲ 4 ਪੈਸੇ ਨੇ ਨਾ, ਉਹ ਕਹਿੰਦਾ ਮੇਰਾ ਬੱਚਾ ਬਾਹਰ ਤੁਰ ਚ, ਮੇਰੀ ਜ਼ਮੀਨ ਵੇਚ ਚ, ਔਰ ਮੌਤ ਦੇ ਮੂੰਹ ਦੇ ਵਿੱਚ ਪਾ ਕੇ ਬੱਚਾ ਭੇਜਿਆ ਜਾਂਦਾ ਬਾਹਰਲੇ ਪਾਸੇ। ਮੌਤ ਦੇ ਮੂੰਹ ਚ ਵੀ ਪਾਇਆ ਨਾ ਪਹਿਲਾਂ, ਜਿੰਨਾ ਮੌਤ ਦੇ ਮੂੰਹ ਚ ਸਾਡੇ ਧਰਮੀ ਫੌਜੀਆਂ ਨੂੰ ਕਹਿਤਾ ਆਜੋ ਬਾਹਰ ਅੱਜ ਸਾਰ ਲਈ। 7000 ਡੈਪੂਟੇਸ਼ਨ ਹੈ ਜੀ, 7000 ਡੈਪੂਟੇਸ਼ਨ ਜਿਹੜੀ ਹੈ ਉਹ ਇਸ ਵੇਲੇ ਲੱਗੀ ਹੋਈ ਹੈ। ਚਰਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਚਰਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਸਾਡੇ ਪਰਮਜੀਤ ਹੁੰਦਲ ਚੀਮਾ ਬੜਾ ਅੱਛਾ ਕਮੈਂਟ ਕਰਦੇ ਨੇ, ਕਮੈਂਟ ਤੁਹਾਡੇ ਆਪਣੇ ਨੇ। ਸੁਦਰਸ਼ਨ ਕੁਮਾਰ ਜੀ, ਸੰਧੂ ਮੈਕ, ਥੈਂਕ ਯੂ ਸੰਧੂ ਸਾਹਿਬ। ਸਾਡੇ ਟੈਲੀਵਿਜ਼ਨ ਦੀ ਚੜ੍ਹਦੀ ਕਲਾ ਲਈ ਦੁਆ ਕਰਦੇ ਨੇ। ਔਰ ਇਸੇ ਤਰ੍ਹਾਂ ਅਮਰਜੀਤ, ਪਰਮਜੀਤ ਹੁੰਦਲ। ਅਮਰਜੀਤ ਜੀ ਤੁਸੀਂ ਸਪੋਰਟ ਦਿੰਦੇ ਹੋ
ਬਾਜ਼ ਟੀਵੀ ਨੂੰ ਬਹੁਤ ਬਹੁਤ ਸ਼ੁਕਰੀਆ। ਭਾਜੀ ਮੇਜਰ ਸਿੰਘ ਜੀ, ਵਰਿੰਦਰ ਰੰਧਾਵਾ ਜੀ ਫਤਿਹ ਬੁਲਾ ਰਹੇ ਨੇ। ਵਰਿੰਦਰ ਰੰਧਾਵਾ ਜੀ ਕਹਿ ਰਹੇ ਨੇ ਰਵਾਇਤੀ ਦਾ ਪਤਾ ਹੀ ਨਹੀਂ ਲਿਆਕਤ ਦੀ ਘਾਟ ਹੈ। ਮੈਂ ਇਸ ਬਾਰੇ ਚ ਕੁਝ ਨਹੀਂ ਕਹਿ ਸਕਦਾ ਭਾਜੀ। ਸਾਡੇ ਸੁਰਿੰਦਰ ਜੀ ਦੇਖ ਰਹੇ ਨੇ ਜਾਰਜੀਆ ਅਟਲਾਂਟਾ ਤੋਂ, ਔਰ ਕਾਫੀ ਹੋਰ ਸਾਡੇ ਜਿਹੜੇ ਸੱਜਣ ਨੇ ਉਹ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ। ਪਰ ਮੈਂ ਕਿਹਦਾ ਨਾਂ ਲਵਾਂ, ਅੱਜ ਮੈਂ ਕੱਲ ਵੱਧ ਦਾ ਜ਼ਿਕਰ ਜਿਹੜਾ ਹੈ ਉਹ ਕਰ ਦਿਆਂਗਾ, ਕਿਉਂਕਿ ਮਸਲਾ ਇਸ ਗੱਲ ਦਾ ਹੈ ਕਿ ਅੱਜ ਮੇਰੇ ਤੋਂ ਬਾਅਦ ਬਿਲਕੁਲ ਠੀਕ ਇਨ ਬਿਨ 1 ਮਿੰਟ ਬਾਅਦ ਕਮਰ ਸੰਧੂ ਹੋਰਾਂ ਦਾ ਪ੍ਰੋਗਰਾਮ ਚੱਲਣਾ। ਉਹ ਆਪਣਾ ਕਿਹੜਾ ਵਿਸ਼ਾ ਲੈ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਸੁਣਨਾ ਹੈ, ਕਿਉਂਕਿ 2-4 ਮਿੰਟ ਪ੍ਰੋਗਰਾਮ ਸਾਨੂੰ ਜਿਹੜਾ ਹੈ ਉਹ ਪਹਿਲਾਂ ਸਾਨੂੰ ਖਤਮ ਕਰਨਾ ਪੈਂਦਾ। ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ riyad@baztv.com ਔਰ baztvusa@gmail.com ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਬਾਜ਼ ਦੀ ਪ੍ਰਵਾਜ਼ ਰਹੇਗੀ ਇਸੇ ਤਰ੍ਹਾਂ। ਔਰ ਹਰ ਰੋਜ਼ ਤੁਹਾਡੇ ਨਾਲ ਅਸੀਂ ਨਵੇਂ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਉਹ ਚਰਚਾ ਤੇ ਗੱਲਬਾਤ ਜਿਹੜੀ ਹੈ ਉਹ ਕਰਦੇ ਰਵਾਂਗੇ। ਕੱਲ ਸੈਂਸਸ ਦੇ ਬਾਰੇ ਚ ਭਾਈ ਹਰਜਿੰਦਰ ਸਿੰਘ ਜੀ ਬਕਾਇਦਾ ਤੌਰ ਦੇ ਉੱਤੇ ਨਿਊ ਜਰਸੀ ਤੋਂ ਆ ਰਹੇ ਨੇ, ਉਹ ਗੱਲ ਕਰਨਗੇ। ਔਰ ਖਾਸ ਤੌਰ ਦੇ ਉੱਤੇ ਲੰਗਰਾਂ ਦੇ ਉੱਤੇ ਅੱਜ ਬਹੁਤ ਵੱਡਾ ਆਰਟੀਕਲ ਜਿਹੜਾ ਹੈ ਉਹ ਛਪਿਆ, ਉਹਦੇ ਉੱਤੇ ਚਰਚਾ ਜਿਹੜੀ ਹੈ ਚੰਦ ਮਿੰਟਾਂ ਵਾਸਤੇ ਭਾਈ ਹਿੰਮਤ ਸਿੰਘ ਵੀ ਕਰਨਗੇ ਔਰ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਆਵਾਂਗੇ। ਔਰ ਇਹ ਚੀਜ਼ਾਂ ਜਿਹੜੀਆਂ ਨੇ ਸਮਾਜ ਦੀ ਕੰਟਰੀਬਿਊਸ਼ਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਜ਼ਰੂਰੀ ਆ ਔਰ ਇਹਨਾਂ ਦਾ ਜ਼ਿਕਰ ਵੀ ਕਰਨਾ ਬਣਦਾ। ਸੋ ਆਓ ਜੁੜਦੇ ਹਾਂ ਕਮਰ ਸੰਧੂ ਹੋਰਾਂ ਦੇ ਪ੍ਰੋਗਰਾਮ ਦੇ ਨਾਲ। ਇਜਾਜ਼ਤ ਦਿਓ, ਰੱਬ ਰੱਖਾ ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ। This program is sponsored by Arlington Fuel Stop, Balbir Singh, Osmanpur. Fuel 1 Edison Fuel Stop, Jabbar Singh, Garewal. And Venko Truck and Auto Plaza, Balkeet Singh, Boparai.